जी कर दे। वाहिगुरू जी का खालसा वाहिगुरू जी की फतेह। सन्मानयोग गुरु सवारे गुरु प्यारे अज की गुरमत क्लास में हाजरी भरने वाले सत्संगी जनों, आप सारिਆਂ ਨੂੰ इस क्लास में जी आया। सिख मिशनरी कॉलेज वालों लगाई जा रही ਵੱਖ-ਵੱਖ क्लासा विच ये क्लास जो लगातार असी पिछले तकरीबन 1.5 साल तो चला रहे हाँ। इस विच असी सिद्ध गोष्ठ ओंकार जप रहराज साहब जी के 9 शब्द ये सारिया बाणियां की विचार तो बाद आनंद साहब रामकली राग विच उस बाणी की विचार आरंभ की हुई है। असी 29 पौड़ियां तक विचार कर चुके हाँ। 3वीं पौड़ी हर आप अमूलक है मुल ना पाया जाए, मुल ना पाया जाए किसा विटों रहे लोग विलाए। इत्थों अज की विचार आरंभ होएगी। ये आरंभ विचार की सेवा वीर प्रभ कीर्तन सिंह जी कर रहे। मैं उन्होंने बेनती करता हाँ कि अज की ये विचार आरंभ कर वीर प्रभ कीर्तन सिंह जी। वाहिगुरू जी का खालसा वाहिगुरू जी की फतेह। वाहिगुरु जी एक ओंकार सतनाम करता पुरख निरभौ निर्वैर अकाल मूरत अजूनी सैभ गुर वाहिगुरु जी एक निरभौ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह जीओ। गुरु प्यारिओ, जिवें कि वीर जी ने हुणे दस्सिया है कि अज दी साडी विचार जो है वो इस पौड़ी तो शुरू होनी है। 3वीं पौड़ी तो हर आप अमुल्क है मुल ना पाया जाए। आओ सब तो पहला इस पौड़ी का एक बारी पाठ कर रही है जी। आप अमुल्क है मुल ना पाया जाए, मुल ना पाया जाए किसै विटों रहे लोक विल लाए। ऐसा सतगुर जे मिलै तिस नो सिर सौंपिए, विचों आप जाए जिस दा जियो तिस मिल रहा हर वसै मन आए। हर आप अमुल्क है भाग तिना के नानका, जिन हर पल्लै पाए। हर आप अमुल्क है मुल ना पाया जाए, मुल ना पाया जाए किसै विटों रहे लोक विल लाए। सतगुरु जी फरमा रहे हैं कि हर आप अमुल्क है। अमुल्क का अर्थ है जो चीज किसी भी कीमत ते ना मिल सकती हो, भाव जिहदा मुल ना पाया जा सके। अमुल है वो मुल तो परे दी वस्तु है। तो सतगुरु जी कह रहे हैं कि जिहड़ा अकाल पुरख दे नाल मिलाप है, अकाल पुरख की प्राप्ति है, वो अमुल्क है।
ਅਸੀਂ ਉਹਨੂੰ ਮੁੱਲ ਦੇ ਕੇ ਪ੍ਰਾਪਤ ਨਹੀਂ ਕਰ ਸਕਦੇ। ਮੁੱਲ ਨਾ ਪਾਇਆ ਜਾਏ, ਕੀਮਤ ਦੇ ਕੇ ਅਸੀਂ ਉਹ ਪ੍ਰਾਪਤ ਨਹੀਂ ਕਰ ਸਕਦੇ। ਵਿਸ਼ਾ ਇੱਥੇ ਵੀ ਉਹੀ ਹੈ ਜੋ ਇਸ ਬਾਣੀ ਦਾ ਮੁੱਖ ਵਿਸ਼ਾ ਹੈ, ਆਨੰਦ ਦੀ ਪ੍ਰਾਪਤੀ। ਤੇ ਆਨੰਦ ਦੀ ਪ੍ਰਾਪਤੀ ਪ੍ਰਭੂ ਮਿਲਾਪ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਜਦੋਂ ਤੱਕ ਪ੍ਰਭੂ ਮਿਲਾਪ ਨਾ ਹੋਵੇ ਉਦੋਂ ਤੱਕ ਆਨੰਦ ਦੀ ਪ੍ਰਾਪਤੀ ਨਹੀਂ, ਆਨੰਦ ਮਾਣਿਆ ਨਹੀਂ ਜਾ ਸਕਦਾ। ਤੇ ਪ੍ਰਭੂ ਧਨ ਆਦਿਕ ਕਿਸੇ ਕੀਮਤ ਨਾਲ ਮਿਲ ਨਹੀਂ ਸਕਦਾ, ਮੁੱਲ ਨਾ ਪਾਇਆ ਜਾਏ, ਕਿਉਂਕਿ ਉਹ ਅਮੁੱਲਕ ਹੈ। ਇਸ ਦਾ ਮੁੱਲ ਪੈ ਹੀ ਨਹੀਂ ਸਕਦਾ ਤੇ ਨਾ ਹੀ ਇਹ ਕਿਸੇ ਬੰਦੇ ਤੋਂ ਪ੍ਰਾਪਤ ਹੋ ਸਕਦਾ ਹੈ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ। ਕਿਸੇ ਵਿੱਚੋਂ ਦਾ ਅਰਥ ਹੈ ਕਿਸੇ ਤੋਂ ਵੀ, ਕਿਸੇ ਵੀ ਬੰਦੇ ਤੋਂ ਇਹ ਪ੍ਰਾਪਤ ਨਹੀਂ ਹੋ ਸਕਦਾ। ਜਦੋਂ ਅਸੀਂ ਧਨ ਆਦਿਕ ਪਦਾਰਥਾਂ ਦੇ ਨਾਲ, ਦੁਨਿਆਵੀ ਪਦਾਰਥਾਂ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਦੋਂ ਅਸੀਂ ਧਨ ਆਦਿਕ ਦੁਨਿਆਵੀ ਪਦਾਰਥਾਂ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਸਾਨੂੰ ਇੱਕ ਤਾਂ ਉਹ ਮਿਲਦਾ ਨਹੀਂ। ਅਸੀਂ ਉਹਨਾਂ ਯਤਨਾਂ ਦੇ ਵਿੱਚ ਲੱਗੇ ਰਹਿੰਦੇ ਹਾਂ, ਧਨ ਖਰਚਦੇ ਰਹਿੰਦੇ ਹਾਂ। ਧਨ ਖਰਚਣ ਦਾ ਮਤਲਬ ਇਹ ਹੈ ਕਿ ਸਾਨੂੰ ਇੱਕ ਤਾਂ ਇਹ ਸਮਝ ਨਹੀਂ ਲੱਗਦੀ ਕਿ ਅਸੀਂ ਕਿੱਥੋਂ ਪ੍ਰਾਪਤ ਕਰੀਏ, ਕਿਹੜੇ ਬੰਦੇ ਦੇ ਕੋਲ ਜਾਈਏ, ਉਹ ਕਿਹੜਾ ਐਸਾ ਘਰ ਹੈ, ਕਿਹੜਾ ਐਸਾ ਬੰਦਾ ਹੈ ਜਿਹਦੇ ਕੋਲੋਂ ਅਸੀਂ ਅਕਾਲ ਪੁਰਖ ਦੇ ਨਾਲ ਮਿਲਾਪ ਜਿਹੜਾ ਹੈ ਉਹ ਖਰੀਦ ਸਕੀਏ। ਤੇ ਜਦੋਂ ਅਸੀਂ ਇਹਨਾਂ ਯਤਨਾਂ ਦੇ ਵਿੱਚ ਲੱਗ ਜਾਂਦੇ ਹਾਂ, ਮੁੱਲ ਦੇ ਨਾਲ ਉਹਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਮੁੱਲ ਦਾ ਅਰਥ ਹੈ ਅਸੀਂ ਜੋ ਧਾਰਮਿਕ ਢੰਗ ਨਾਲ ਮੁੱਲ ਅਦਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਹੋਰ ਥਾਵਾਂ ਦੇ ਉੱਤੇ ਸਮਾਜ ਭਲਾਈ ਦੇ ਵਾਸਤੇ ਪੈਸਾ ਖਰਚਦੇ ਹਾਂ, ਜਾਂ ਸਾਨੂੰ ਜੋ ਵੀ ਸਮਝ ਆਉਂਦੀ ਹੈ ਕਿ ਸ਼ਾਇਦ ਇਹ ਕੰਮ ਚੰਗਾ ਕੰਮ ਕਰਨ ਨਾਲ, ਇਸ ਚੰਗੇ ਕੰਮ ਦੇ ਉੱਤੇ ਦੁਨਿਆਵੀ ਪਦਾਰਥ ਖਰਚਣ ਨਾਲ, ਪੈਸਾ ਖਰਚਣ ਨਾਲ ਸਾਨੂੰ ਅਕਾਲ ਪੁਰਖ ਦੀ ਖੁਸ਼ੀ, ਉਹਦਾ ਮਿਲਾਪ ਤੇ ਆਨੰਦ ਪ੍ਰਾਪਤ ਹੋ ਸਕਦਾ ਹੋਵੇ, ਅਸੀਂ ਉਹ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ, ਕਿਸੇ ਬੰਦੇ ਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਕਿਸੇ ਕੋਲੋਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਐਸਾ ਕੋਈ ਥਾਂ ਨਹੀਂ ਹੈ। ਰਹੇ ਲੋਕ ਵਿਲ ਲਾਏ, ਰਹੇ ਦਾ ਮਤਲਬ ਹੈ ਰਹਿ ਗਏ, ਥੱਕ ਗਏ, ਹਾਰ ਗਏ ਕਹਿ ਲਈਏ। ਵਿਲ ਲਾਏ ਦਾ ਮਤਲਬ ਹੈ ਖੱਪ ਖੱਪ ਕੇ, ਭਾਵ ਕਿ ਧਨ ਪਦਾਰਥਾਂ ਦੇ ਨਾਲ ਜੋ ਵੀ ਇਸ ਪ੍ਰਭੂ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ, ਪ੍ਰਭੂ ਮਿਲਾਪ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਅਖੀਰ ਤੇ ਸਾਰੇ ਕੰਮ ਕਰਕੇ ਥੱਕ ਜਾਂਦਾ ਹੈ, ਖੱਪ ਖੱਪ ਕੇ ਬੈਠ ਜਾਂਦਾ ਹੈ, ਪਰ ਉਹਨੂੰ ਅਵਸਥ ਪ੍ਰਾਪਤ ਨਹੀਂ ਹੁੰਦੀ। ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਜਿਵੇਂ ਅਸੀਂ ਹੋਰ ਚੀਜ਼ਾਂ ਦੀ ਪ੍ਰਾਪਤੀ ਲਈ ਧਨ ਦੀ ਵਰਤੋਂ ਕਰਦੇ ਹਾਂ, ਪਦਾਰਥਾਂ ਦੀ ਵਰਤੋਂ ਕਰਦੇ ਹਾਂ, ਅਕਾਲ ਪੁਰਖ ਦੀ ਪ੍ਰਾਪਤੀ ਦੇ ਵਾਸਤੇ ਕੋਈ ਵੀ ਧਨ ਪਦਾਰਥ ਕੰਮ ਨਹੀਂ ਆ ਸਕਦਾ। ਜੇ ਅਸੀਂ ਯਤਨ ਕਰਦੇ ਹਾਂ ਤੇ ਸਾਡੀ ਅਵਸਥਾ ਵੀ ਉਹੀ ਹੋਏਗੀ, ਰਹੇ ਲੋਕ ਵਿਲ ਲਾਏ। ਅਸੀਂ ਵੀ ਖੱਪ ਖੱਪ ਕੇ ਬੈਠ ਜਾਵਾਂਗੇ, ਥੱਕ ਜਾਵਾਂਗੇ, ਰਹਿ ਜਾਵਾਂਗੇ, ਹਾਰ ਜਾਵਾਂਗੇ, ਸਾਨੂੰ ਉਹ ਪ੍ਰਾਪਤੀ ਨਹੀਂ ਹੋਈ। ਤਾਂ ਫਿਰ ਪ੍ਰਾਪਤੀ ਕਰਨ ਦਾ ਢੰਗ ਕੀ ਹੈ? ਸਤਿਗੁਰੂ ਜੀ ਕਹਿ ਰਹੇ ਹਨ ਕਿ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜੇ ਐਸੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ, ਹੁਣ ਇੱਥੇ ਪ੍ਰਾਪਤੀ ਦਾ ਮਤਲਬ ਇਹ ਨਹੀਂ ਕਿ ਸਰੀਰਕ ਤੌਰ ਦੇ ਉੱਤੇ ਪ੍ਰਾਪਤ ਕਰ ਲਿਆ। ਭਾਵ ਇਹ ਹੈ ਕਿ ਅਸੀਂ ਗੁਰੂ ਨਾਲ ਮਿਲਾਪ ਹਾਸਲ ਕਰ ਲਿਆ, ਉਹਦੀ ਸਿੱਖਿਆ ਗ੍ਰਹਿਣ ਕਰ ਲਈ, ਆਪਣੇ ਜੀਵਨ ਦੇ ਵਿੱਚ ਅਪਣਾ ਲਈ, ਤੇ ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈਣ ਦੇ ਨਾਲ ਵਿੱਚੋਂ ਆਪ ਜਾਏ, ਭਾਵ ਅੰਦਰੋਂ ਆਪਾ ਭਾਵ ਜਿਹੜਾ ਹੈ ਉਹ ਮਿਟ ਜਾਵੇ। ਵਿੱਚੋਂ ਭਾਵ ਅੰਦਰੋਂ, ਮਨ ਵਿੱਚੋਂ। ਆਪ ਜਾਏ ਦਾ ਭਾਵ ਹੈ ਕਿ ਜਿਹੜਾ ਸਾਡੇ ਅੰਦਰ ਇੱਕ ਆਪਾ ਭਾਵ ਹੈ,
ਵੀ ਮੈਂ ਕੁਛ ਹਾਂ, ਮੇਰੇ ਕੋਲ ਕੁਛ ਹੈ, ਮੈਂ ਇਹ ਕਰ ਸਕਦਾ ਹਾਂ, ਉਹ ਸਾਰੀ ਜਿਹੜੀ ਗੱਲ ਹੈ ਸਾਡੇ ਮਨ ਦੇ ਵਿੱਚੋਂ ਉਹ ਆਪਾ ਭਾਵ ਮਿਟ ਜਾਏ, ਤੇ ਫਿਰ ਅਸੀਂ ਉਸ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਤਿਸ ਨੂੰ ਸਿਰ ਸੌਂਪੀਏ। ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟਾ ਕਰ ਦੇਣਾ ਚਾਹੀਦਾ ਹੈ। ਸਿਰ ਸੌਂਪੀਏ ਭਾਵ ਆਪਣਾ ਸਭ ਕੁਝ ਉਸ ਗੁਰੂ ਦੇ ਅਰਪਣ ਕਰ ਦੇਣਾ ਚਾਹੀਦਾ। ਹੁਣ ਇਹਨੂੰ ਅਸੀਂ ਦੋਵੇਂ ਤਰ੍ਹਾਂ ਨਾਲ ਸਮਝ ਸਕਦੇ ਹਾਂ ਕਿ ਜੇ ਅਸੀਂ ਗੁਰੂ ਦੇ ਅੱਗੇ ਸਿਰ ਸੌਂਪੀਏ, ਆਪਣਾ ਸਭ ਕੁਝ ਗੁਰੂ ਦੇ ਅੱਗੇ ਅਰਪਣ ਕਰ ਲਈਏ, ਆਪਣੀ ਮਤ ਬੁੱਧੀ ਸਿਆਣਪ ਚਤੁਰਾਈ ਸਭ ਕੁਝ ਗੁਰੂ ਦੇ ਅੱਗੇ ਅਰਪਣ ਕਰ ਦਈਏ ਤੇ ਗੁਰੂ ਦੀ ਮਤ ਗ੍ਰਹਿਣ ਕਰ ਲਈਏ, ਤੇ ਫਿਰ ਵਿੱਚੋਂ ਆਪ ਜਾਏ ਦੀ ਅਵਸਥਾ ਤੱਕ ਪਹੁੰਚ ਸਕਦੇ ਹਾਂ। ਇਹਨੂੰ ਦੂਸਰੀ ਤਰ੍ਹਾਂ ਵੀ ਅਸੀਂ ਸਮਝ ਸਕਦੇ ਹਾਂ ਕਿ ਜੇ ਸਤਿਗੁਰੂ ਦੀ ਸਿੱਖਿਆ ਤੇ ਚੱਲਿਆ ਸਾਡਾ ਅੰਦਰੋਂ ਆਪਾ ਭਾਵ ਖਤਮ ਹੋ ਜਾਏ ਤਾਂ ਐਸੇ ਸਤਿਗੁਰੂ ਦੇ ਅੱਗੇ ਆਪਣਾ ਸਭ ਕੁਝ ਅਰਪਣ ਕਰ ਦੇਣਾ ਚਾਹੀਦਾ ਹੈ। ਗੱਲ ਤਾਂ ਅਸੀਂ ਪਹੁੰਚਣਾ ਤਾਂ ਉੱਥੇ ਹੀ ਹੈ ਕਿ ਜਦੋਂ ਤੱਕ ਸਾਡੇ ਅੰਦਰੋਂ ਆਪਾ ਭਾਵ ਨਹੀਂ ਮਿਟ ਜਾਂਦਾ, ਜਿਸ ਗੁਰੂ ਦੇ ਮਿਲਿਆ ਸਾਨੂੰ ਅੰਦਰੋਂ ਆਪਾ ਭਾਵ ਮਿਟਾ ਕੇ, ਸਿਆਣਪਾ ਮਿਟਾ ਕੇ ਅਸੀਂ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣਾ ਨਹੀਂ ਸ਼ੁਰੂ ਕਰ ਦਿੰਦੇ, ਆਪਾ ਭਾਵ ਮਿਟ ਜਾਏ, ਤੇ ਫਿਰ ਜਿਸ ਦਾ ਜੀਓ ਤਿਸ ਮਿਲ ਰਿਹਾ ਹੈ। ਜਿਸ ਦਾ ਜੀਓ ਭਾਵ ਕਿ ਇਹ ਜੋ ਜੀਵ ਹੈ, ਜੋ ਅਸੀਂ ਹਾਂ, ਇਹ ਜਿਸ ਦੇ ਹਾਂ, ਜਿਸ ਦੇ ਪੈਦਾ ਕੀਤੇ ਹੋਏ ਹਾਂ, ਜਿਸ ਦੇ ਬਣਾਏ ਹੋਏ ਹਾਂ, ਤਿਸ ਮਿਲ ਰਿਹਾ ਹੈ। ਉਸ ਹਰੀ ਦੇ ਨਾਲ ਸਾਡਾ ਮਿਲਾਪ ਹੋ ਜਾਵੇ, ਭਾਵ ਹਰੀ ਦੇ ਨਾਲ ਸਾਡਾ ਮਿਲਾਪ ਹੋ ਜਾਵੇ, ਸਾਡੇ ਮਨ ਦੇ ਵਿੱਚ ਹਰੀ ਵਸ ਜਾਵੇ। ਜਿਸ ਹਰੀ ਨੇ ਸਾਨੂੰ ਪੈਦਾ ਕੀਤਾ ਹੈ ਉਹ ਸਾਡੇ ਮਨ ਦੇ ਵਿੱਚ ਵਸ ਜਾਵੇ, ਹਰ ਵਸੈ ਮਨ ਆਏ, ਇਹ ਅਵਸਥਾ ਬਣ ਜਾਵੇ, ਤੇ ਫਿਰ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜ ਸਕਦੇ। ਤੇ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪਿਆ ਸਾਡੀ ਇਹ ਅਵਸਥਾ ਬਣ ਜਾਏ ਕਿ ਹਰੀ ਨਾਲ ਸਾਡਾ ਮਿਲਾਪ ਹੋ ਜਾਵੇ, ਤਿਸ ਨੂੰ ਸਿਰ ਸੌਂਪੀਏ। ਆਪਾ ਭਾਵ ਮਿਟਿਆ, ਹਰੀ ਦੀ ਪ੍ਰਾਪਤੀ ਹੋਈ, ਉਹਦੇ ਨਾਲ ਮਿਲਾਪ ਹੋਇਆ, ਉਹ ਸਾਡੇ ਮਨ ਦੇ ਵਿੱਚ ਵਸਿਆ। ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ, ਜਿਸ ਗੁਰੂ ਦੀ ਸਿੱਖਿਆ ਨੂੰ ਅਪਣਾਉਣ ਦੇ ਨਾਲ, ਆਪਣੇ ਜੀਵਨ ਵਿੱਚ ਧਾਰਨ ਕਰਨ ਦੇ ਨਾਲ ਸਾਡੀ ਇਹ ਅਵਸਥਾ ਬਣੀ, ਜਿਸ ਨੂੰ ਪ੍ਰਾਪਤ ਕਰਨ ਲਈ ਰਹੇ ਲੋਕ ਵਿਰਲਾਏ ਹਨ, ਖੱਪ ਖੱਪ ਕੇ ਮਰ ਜਾਂਦੇ ਹਨ। ਜੇ ਸਾਨੂੰ ਇਹ ਪ੍ਰਾਪਤੀ ਹੋ ਜਾਂਦੀ ਤਾਂ ਫਿਰ ਅਜਿਹੇ ਗੁਰੂ ਦੇ ਅੱਗੇ ਆਪਣਾ ਸਿਰ ਭੇਟਾ ਕਰ ਦੇਣਾ ਚਾਹੀਦਾ ਹੈ, ਆਪਣਾ ਸਭ ਕੁਝ ਅਰਪਣ ਕਰ ਦੇਣਾ ਚਾਹੀਦਾ। ਹਰ ਆਪ ਅਮੁਲਕ ਹੈ, ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ ਸੰਸਾਰਿਕ ਤੌਰ ਦੇ ਉੱਤੇ, ਅਸੀਂ ਕੋਈ ਵਸਤੂ ਦੇ ਕੇ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ, ਕੋਈ ਕੀਮਤ ਨਹੀਂ ਤਾਰ ਸਕਦੇ, ਕਿਉਂਕਿ ਉਹ ਅਮੁਲਕ ਹੈ, ਕੀਮਤਾਂ ਤੋਂ ਉੱਪਰ ਹੈ। ਭਾਗ ਤਿੰਨਾ ਕੇ ਨਾਨਕਾ, ਜਿਹੜੇ ਗੁਰੂ ਦੇ ਲੜ ਲੱਗ ਪਏ ਉਹਨਾਂ ਦੇ ਭਾਗ ਜਾਗ ਪਏ, ਉਹਨਾਂ ਦੇ ਅੰਦਰੋਂ ਆਪਾ ਭਾਵ ਮੁੱਕ ਗਿਆ, ਉਹਨਾਂ ਦੇ ਭਾਗ ਜਾਗ ਪਏ। ਜਿਸ ਦਾ ਜੀਓ ਤਿਸ ਮਿਲ ਰਿਹਾ ਹੈ, ਉਹ ਹਰੀ ਜਿਸ ਨੇ ਪੈਦਾ ਕੀਤਾ ਉਹਦੇ ਨਾਲ ਮਿਲਾਪ ਹੋ ਗਿਆ, ਉਹ ਮਨ ਦੇ ਵਿੱਚ ਵਸ ਗਿਆ। ਤਾਂ ਇਹ ਭਾਗ ਤਿੰਨਾ ਕੇ ਬੜੇ ਚੰਗੇ ਭਾਗ ਹਨ, ਜਾਗੇ ਹੋਏ ਭਾਗ ਹਨ, ਜਿਨ ਹਰ ਪੱਲੇ ਪਾਏ। ਜਿਨ ਹਰ, ਜਿਸ ਨੂੰ ਹਰੀ ਪੱਲੇ ਪਾਏ, ਗੁਰੂ ਦੇ ਲੜ ਲਾ ਦਿੰਦਾ ਹੈ, ਗੁਰੂ ਦੇ ਪੱਲਾ ਫੜਾ ਦਿੰਦਾ ਹੈ, ਉਹਨਾਂ ਦੇ ਭਾਗ ਹਨ, ਕਿਉਂਕਿ ਗੁਰੂ ਦਾ ਪੱਲਾ ਫੜਿਆ ਹੀ ਹਰੀ ਦੇ ਨਾਲ ਮਿਲਾਪ ਹੋ ਸਕਦਾ ਹੈ। ਅਮੋਲਕ ਪ੍ਰਭੂ ਦਾ ਜਿਹਦਾ ਕੋਈ ਮੁੱਲ ਨਹੀਂ, ਉਹਦੇ ਨਾਲ ਅਗਰ ਅਸੀਂ ਮਿਲਾਪ ਕਰਨਾ ਹੈ, ਭਾਵ ਉਹਨੂੰ ਮਨ ਦੇ ਵਿੱਚ ਵਸਾ ਲੈਣ ਦੀ ਅਵਸਥਾ ਤੱਕ ਪਹੁੰਚਣਾ ਹੈ, ਤਾਂ ਫਿਰ ਸਾਨੂੰ ਗੁਰੂ ਦੇ ਪੱਲੇ, ਗੁਰੂ ਦੇ ਲੜ ਨਾਲ ਲੱਗਣਾ ਪਏਗਾ, ਗੁਰੂ ਦਾ ਪੱਲਾ ਫੜਨਾ ਪਏਗਾ, ਉਹਦੀ ਸਿੱਖਿਆ ਤੇ ਅਮਲ ਕਰਨਾ ਪਏਗਾ। ਜਦੋਂ ਅਸੀਂ ਕਿਸੇ ਦਾ ਪੱਲਾ ਫੜ ਲੈਂਦੇ ਹਾਂ ਤਾਂ ਇਹ ਇੱਕ ਸਿਰਫ ਸਿੰਬੋਲਿਕ ਗੱਲ ਨਹੀਂ ਹੁੰਦੀ, ਅਸੀਂ ਫਿਰ ਉਸ ਪੱਲਾ ਫੜ ਕੇ ਉਹਦੇ ਪਿੱਛੇ ਪਿੱਛੇ ਤੁਰਦੇ ਵੀ ਹਾਂ। ਪੱਲਾ ਫੜਨ ਦਾ ਅਰਥ ਹੀ ਇਹ ਹੈ। ਜਿਨ ਹਰ ਪੱਲੇ ਪਾਏ, ਜਿਨ੍ਹਾਂ ਨੂੰ ਉਹ ਹਰੀ ਪ੍ਰਭੂ ਗੁਰੂ ਦਾ ਪੱਲਾ ਫੜਾ ਦਿੰਦਾ ਹੈ, ਗੁਰੂ ਦੇ ਲੜ ਲਗਾ ਦਿੰਦਾ। ਤੋ ਇਸ ਪੌੜੀ ਵਿੱਚ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਕਿਸੇ ਦੁਨਿਆਵੀ ਪਦਾਰਥ ਦੇ ਵੱਟੇ
ਮੁੱਲ ਤਾਰ ਕੇ ਪ੍ਰਭੂ ਦਾ ਅਸੀਂ ਮਿਲਾਪ ਨਹੀਂ ਪ੍ਰਾਪਤ ਕਰ ਸਕਦੇ। ਜਿਸ ਦਾ ਪ੍ਰਭੂ ਨਾਲ ਪਿਆਰ ਨਹੀਂ, ਉਹਦੇ ਮਨ ਦੇ ਵਿੱਚ ਨਹੀਂ ਵਸਿਆ, ਉਹਨੂੰ ਆਤਮਿਕ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਤੇ ਆਤਮਿਕ ਆਨੰਦ ਪ੍ਰਾਪਤ ਕਰਨ ਲਈ ਜਿਨ ਹਰ ਪੱਲਾ ਪਾਏ, ਗੁਰੂ ਦਾ ਪੱਲਾ ਫੜਨਾ ਜ਼ਰੂਰੀ ਹੈ, ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ। ਤੇ ਜਿਹਦੇ ਭਾਗ ਜਾਗਦੇ ਹਨ, ਉਹਨੂੰ ਅਕਾਲ ਪੁਰਖ ਵਾਹਿਗੁਰੂ ਹਰੀ ਗੁਰੂ ਦੇ ਲੜ ਲਾ ਦਿੰਦਾ ਹੈ ਤੇ ਉਹਨੂੰ ਪ੍ਰਭੂ ਪ੍ਰੇਮ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਭੂ ਮਨ ਵਿੱਚ ਵਸ ਜਾਂਦਾ ਹੈ ਤੇ ਇਉਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਅਸੀਂ ਆਪਣੇ ਜੀਵਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਦੀ ਇੱਛਾ ਤਾਂ ਰੱਖਦੇ ਹਾਂ, ਪਰ ਕਿਉਂਕਿ ਸਾਰਾ ਜੀਵਨ ਸਾਡਾ ਦੁਨਿਆਵੀ ਕੰਮਾਂ ਦੇ ਵਿੱਚ ਗੁਜ਼ਰਦਾ ਹੈ ਤੇ ਸਾਡੀ ਜਿਹੜੀ ਸੋਚ ਹੈ ਉਹ ਕੁਦਰਤੀ ਤੌਰ ਤੇ ਉਹੀ ਰਹਿੰਦੀ ਹੈ। ਜਿਵੇਂ ਦੁਨੀਆ ਦੀ ਹਰ ਚੀਜ਼ ਪ੍ਰਾਪਤ ਕਰਨ ਲਈ ਸਾਨੂੰ ਪਤਾ ਹੈ ਕਿ ਇਹਦਾ ਮੁੱਲ ਤਾਰਨਾ ਪਏਗਾ, ਸਹੀ ਕੀਮਤ ਦੇ ਦੇਵਾਂਗੇ ਤੇ ਉਹ ਵਸਤੂ ਸਾਨੂੰ ਪ੍ਰਾਪਤ ਹੋ ਜਾਏਗੀ। ਜਦੋਂ ਅਸੀਂ ਮਨ ਦੀਆਂ ਲੋੜਾਂ, ਮਨ ਦੇ ਆਨੰਦ, ਪ੍ਰਭੂ ਦੇ ਪ੍ਰੇਮ ਨੂੰ ਹੀ ਜਦੋਂ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਇਹ ਵੀ ਉਸੇ ਤਰ੍ਹਾਂ ਹੀ ਅਸੀਂ ਪ੍ਰਾਪਤ ਕਰ ਸਕਦੇ। ਇਹ ਸਾਡੀ ਦੁਨਿਆਵੀ ਸੋਚ ਦਾ ਨਤੀਜਾ ਹੁੰਦਾ। ਤਾਂ ਅਸੀਂ ਇਸੇ ਢੰਗ ਦੇ ਨਾਲ ਹੀ ਅਸੀਂ ਆਤਮਾ ਦੀਆਂ, ਮਨ ਦੀਆਂ ਲੋੜਾਂ, ਆਨੰਦ ਦੀ ਲੋੜ, ਪ੍ਰਭੂ ਪ੍ਰੇਮ ਦੀ ਲੋੜ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਪਰ ਇਹ ਪ੍ਰਾਪਤੀ ਇਹਨਾਂ ਕੰਮਾਂ ਦੇ ਨਾਲ ਨਹੀਂ ਹੋਣੀ, ਇਹ ਪ੍ਰਭੂ ਦੇ ਨਾਲ ਜੁੜਨ ਨਾਲ ਹੋਣੀ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਹੋਣੀ ਹੈ, ਨਾਮ ਸਿਮਰਨ ਨਾਲ ਹੋਣੀ ਹੈ। ਅਸੀਂ ਜਿਵੇਂ ਦੁਨਿਆਵੀ ਸਵਾਦਾਂ ਨੂੰ ਵੀ ਆਨੰਦ ਕਹਿ ਦਿੰਦੇ ਹਾਂ, ਆਨੰਦ ਉਹ ਹੁੰਦੇ ਨਹੀਂ ਹਨ। ਛੋਟੇ ਮੋਟੇ ਸਵਾਦਾਂ ਵਾਲੀ ਗੱਲ ਹੁੰਦੀ ਹੈ, ਜੀਭ ਦੇ ਸਵਾਦ ਹੁੰਦੇ ਹਨ ਜਾਂ ਸਰੀਰ ਦੇ ਸਵਾਦ ਹੁੰਦੇ ਹਨ, ਪਰ ਅਸੀਂ ਉਹਨਾਂ ਨੂੰ ਵੀ ਆਨੰਦ ਕਹਿ ਦਿੰਦੇ ਹਾਂ। ਤੇ ਜਿਵੇਂ ਅਸੀਂ ਉਹ ਆਨੰਦ ਕਹਿ ਦਿੰਦੇ ਹਾਂ ਕਿ ਸਾਨੂੰ ਮਿਲ ਗਿਆ, ਉਸੇ ਤਰ੍ਹਾਂ ਹੀ ਅਸੀਂ ਆਤਮਾ ਦਾ ਆਨੰਦ, ਮਨ ਦਾ ਆਨੰਦ ਵੀ ਸਮਝਦੇ ਹਾਂ ਕਿ ਇਸੇ ਤਰ੍ਹਾਂ ਹੀ ਪ੍ਰਾਪਤ ਹੋ ਜਾਏਗਾ। ਤੇ ਅਸੀਂ ਉਸੇ ਢੰਗ ਨਾਲ ਹੀ ਉਹਨੂੰ ਖਰੀਦਣ ਦਾ ਯਤਨ ਕਰਦੇ ਹਾਂ। ਅਸੀਂ ਪੈਸਾ ਉਹ ਦਿੰਦੇ ਹਾਂ, ਮਾਇਆ ਵਰਤਦੇ ਹਾਂ, ਦਾਨ ਪੁੰਨ ਕਰਦੇ ਹਾਂ, ਲੋਕ ਭਲਾਈ ਦੇ ਕੰਮ ਕਰਦੇ ਹਾਂ, ਕੋਈ ਸਕੂਲ ਖੋਲ ਦਿੱਤਾ, ਕੋਈ ਯਤੀਮਖਾਨਾ ਕੁਛ ਨਾ ਕੁਛ ਅਸੀਂ ਇਹਨਾਂ ਕੰਮਾਂ ਦੇ ਵਿੱਚੋਂ ਲੱਗਦਾ ਹੈ ਸਾਨੂੰ ਕਿ ਸਾਨੂੰ ਕੁਛ ਪ੍ਰਾਪਤ ਹੋ ਸਕਦਾ। ਫਿਰ ਅਸੀਂ ਬੰਦੇ ਵੀ ਲੱਭਣ ਦਾ ਯਤਨ ਕਰਦੇ ਹਾਂ, ਕਿਸੇ ਪ੍ਰਚਾਰਕ ਨੂੰ, ਵੱਡੇ ਪ੍ਰਚਾਰਕ ਨੂੰ ਫੜ ਲੈਂਦੇ ਹਾਂ, ਕੋਈ ਸੰਤਾਂ ਮਹਾਂਪੁਰਸ਼ਾਂ ਨੂੰ ਫੜ ਲੈਂਦੇ ਹਾਂ, ਉਹਨਾਂ ਦੀ ਮਾਇਆ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਸਮਝਦੇ ਹਾਂ ਕਿ ਸ਼ਾਇਦ ਇਹ ਖੁਸ਼ ਹੋ ਜਾਣਗੇ ਤੇ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ। ਹੁਣ ਇਹ ਕੰਮ ਤਾਂ ਸਾਰੇ ਸ਼ੁਭ ਹੀ ਹੋਣਗੇ, ਆਪਾਂ ਉਸ ਗੱਲ ਵਿੱਚ ਨਹੀਂ ਜਾਂਦੇ। ਆਪਾਂ ਇਹ ਮੰਨ ਲੈਂਦੇ ਹਾਂ ਕਿ ਕੰਮ ਐਸੇ ਕੰਮ, ਆਨੰਦ ਦੀ ਪ੍ਰਾਪਤੀ ਵਾਸਤੇ ਅਸੀਂ ਜੋ ਵੀ ਯਤਨ ਕਰ ਰਹੇ ਹਾਂ, ਕੰਮ ਤਾਂ ਚੰਗੇ ਹੀ ਕਰ ਰਹੇ ਹੋਵਾਂਗੇ, ਪਰ ਆਨੰਦ ਦੀ ਪ੍ਰਾਪਤੀ ਇਸ ਢੰਗ ਨਾਲ ਹੋ ਨਹੀਂ ਸਕਦੀ। ਕਿਉਂ? ਕਿਉਂਕਿ ਪ੍ਰਭੂ ਪ੍ਰੇਮ ਦਾ ਜਿਹੜਾ ਆਨੰਦ ਹੈ ਉਹ ਇਹ ਮੁੱਲ ਤੋਂ ਪਰੇ ਦੀ ਵਸਤੂ ਹੈ, ਇਹ ਮੁੱਲ ਦੇ ਕੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹਦੇ ਲਈ ਆਪਾ ਭਾਵ ਤਿਆਗਣਾ ਪੈਣਾ, ਤੇ ਆਪਾ ਭਾਵ ਤਿਆਗਣ ਲਈ ਅਸੀਂ ਅਸਮਰੱਥ ਹਾਂ, ਸਾਡੀ ਸਮਰੱਥਾ ਦੀ ਗੱਲ ਨਹੀਂ ਹੈ। ਇਹਦੇ ਲਈ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ। ਆਪਣੀ ਮਤ, ਬੁੱਧੀ, ਚਤੁਰਾਈ ਉਹਦੇ ਅੱਗੇ ਅਰਪਣ ਕਰਨੀ ਪਵੇਗੀ। ਉਹਦੇ ਅੱਗੇ ਸਭ ਕੁਝ ਅਰਪਣ ਕਰਾਂਗੇ, ਆਪਾ ਭਾਵ ਗਵਾਵਾਂਗੇ ਤੇ ਫਿਰ ਸਾਨੂੰ ਉਹ ਅਵਸਥਾ ਦੀ ਪ੍ਰਾਪਤੀ ਹੋ ਸਕਦੀ ਹੈ। ਫਿਰ ਉਹ ਅਵਸਥਾ ਹੁੰਦੀ ਹੈ। ਜੇ ਅਸੀਂ ਦੁਨਿਆਵੀ ਤੌਰ ਦੇ ਉੱਤੇ ਉਹਨਾਂ ਗੱਲਾਂ ਵਿੱਚ ਹੀ ਲੱਗੇ ਰਵਾਂਗੇ ਕਿ ਅਸੀਂ ਕਿਸੇ ਤਰ੍ਹਾਂ ਨਾਲ ਕੋਈ ਮੁੱਲ ਦੇ ਕੇ, ਕੋਈ ਦਾਨ ਪੁੰਨ ਕਰਕੇ ਆਨੰਦ ਦੀ, ਪ੍ਰਭੂ ਮਿਲਾਪ ਦੀ ਅਵਸਥਾ ਦੀ ਪ੍ਰਾਪਤੀ ਕਰ ਲਈਏ, ਤਾਂ ਸਾਰੀ ਉਮਰ ਨਾ ਤਾਂ ਸਾਨੂੰ ਕੋਈ ਇਹੋ ਜਿਹਾ ਘਰ ਲੱਭੇਗਾ, ਨਾ ਹੀ ਸਾਨੂੰ ਕੋਈ ਐਸਾ ਵਿਅਕਤੀ ਲੱਭੇਗਾ ਜਿਹਦੇ ਕੋਲ ਜਾ ਕੇ ਤੇ ਅਸੀਂ ਇਹ ਪ੍ਰਾਪਤੀ ਕਰ ਲਈਏ, ਤੇ ਨਾ ਹੀ ਸਾਡੇ ਕੋਲੋਂ ਉਨੀ ਕੀਮਤ ਕਦੀ ਦਿੱਤੀ ਜਾ ਸਕਦੀ, ਕਿਉਂਕਿ ਉਹ ਕੀਮਤ ਤਾਂ ਹੈ ਹੀ ਨਹੀਂ ਹੈ। ਤਾਂ ਫਿਰ ਸਾਡੀ ਹਾਲਤ ਉਹੀ ਬਣ ਜਾਂਦੀ ਹੈ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਤੋ ਸਤਿਗੁਰੂ ਕਹਿ ਰਹੇ ਹਨ ਕਿ ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਗੁਰੂ ਦੀ ਸ਼ਰਨ ਪੈ ਕੇ ਆਪਾ ਭਾਵ ਗਵਾਉਣਾ ਪਏਗਾ। ਫਿਰ ਉਹ ਪ੍ਰਭੂ ਕਿਰਪਾ ਕਰੇਗਾ, ਆਪਣੇ ਨਾਲ ਮਿਲਾਪ ਕਰਵਾਏਗਾ, ਆਪ ਮਨ ਦੇ ਵਿੱਚ ਵਸੇਗਾ। ਉਹ ਅਮੁੱਲਕ ਹੈ ਤੇ ਇਹ ਹੋਵੇਗਾ ਵੀ ਤਾਂ ਹੀ ਜੇ ਅਕਾਲ ਪੁਰਖ ਕਿਰਪਾ ਕਰਕੇ ਜਿਨ ਹਰ ਪੱਲਾ ਪਾ, ਵੱਡੇ ਭਾਗ ਤਾਂ ਹੀ ਬਣਨਗੇ
ਵੱਡੇ ਭਾਗਾਂ ਦੇ ਨਾਲ ਹੀ ਗੁਰੂ ਦਾ ਮਿਲਾਪ ਹੋਏਗਾ। ਅਕਾਲ ਪੁਰਖ ਗੁਰੂ ਦੇ ਪੱਲੇ ਵੱਡੇ ਭਾਗਾਂ ਨਾਲ ਹੀ ਲਾਉਂਦਾ ਹੈ ਤੇ ਤਾਂ ਸਤਿਗੁਰੂ ਦੇ ਮਿਲਣ ਦੇ ਨਾਲ ਸਾਨੂੰ ਇਹ ਪ੍ਰਾਪਤੀਆਂ। ਸਤਿਗੁਰੂ ਜੀ ਕਹਿੰਦੇ ਹਨ ਕਿ ਆਨੰਦ ਤੇ ਪ੍ਰਭੂ ਨਾਲ ਜੁੜਿਆ ਹੀ ਮਿਲਣਾ ਹੈ। ਜਦੋਂ ਤੱਕ ਅਸੀਂ ਦੁਨਿਆਵੀ ਨਜ਼ਰ ਦੇ ਨਾਲ ਆਨੰਦ ਦੀ ਪ੍ਰਾਪਤੀ ਦਾ ਯਤਨ ਕਰਦੇ ਰਵਾਂਗੇ ਤੇ ਫਿਰ ਸਾਨੂੰ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਲੋਕ ਵਿਲਲਾਏ ਵਾਲੀ ਅਵਸਥਾ ਵਿੱਚ ਹੀ ਰਵਾਂਗੇ। ਇਹ ਪ੍ਰੀਤ ਦਾ ਕੰਮ ਹੈ, ਇਹ ਪ੍ਰੇਮ ਦੀ ਖੇਡ ਹੈ। ਇਹ ਪ੍ਰੇਮ ਲਗਾਉਣਾ ਪੈਣਾ ਹੈ, ਆਪਣੇ ਆਪੇ ਨੂੰ ਤਿਆਗ ਕੇ, ਆਪਣਾ ਆਪਾ ਭਾਵ ਤਿਆਗ ਕੇ ਅਕਾਲ ਪੁਰਖ ਦੇ ਨਾਲ ਜੁੜਨਾ ਪੈਣਾ ਹੈ ਤੇ ਤਾਂ ਹੀ ਉਹ ਮਨ ਵਿੱਚ ਵਸੇਗਾ ਤੇ ਆਨੰਦ ਦੀ ਪ੍ਰਾਪਤੀ ਹੋਏਗੀ। ਹੁਣ ਸਤਿਗੁਰੂ ਜੀ ਅੱਗੇ ਜੋ ਪੌੜੀ ਹੈ ਉਹਦੇ ਵਿੱਚ ਸਾਨੂੰ ਹੋਰ ਸਿੱਖਿਆ ਦੇ ਰਹੇ ਹਨ। ਸਤਿਗੁਰੂ ਫਰਮਾ ਰਹੇ ਹਨ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤ ਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਇਹ ਧਨ ਤਿੰਨਾ ਮਿਲਿਆ, ਜਿਨ ਹਰਿ ਆਪੇ ਭਾਣਾ, ਕਹੈ ਨਾਨਕ ਰਾਸ ਮੇਰੀ ਮਨ ਹੋਆ ਵੰਜਾਰਾ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਹੁਣ ਸਤਿਗੁਰੂ ਜੀ ਇੱਥੇ ਸਾਨੂੰ ਜੋ ਸਿੱਖਿਆ ਦੇ ਰਹੇ ਹਨ, ਕਹਿ ਰਹੇ ਹਨ ਕਿ ਹਰ ਰਾਸ ਮੇਰੀ, ਰਾਸ ਜੋ ਹੈ ਉਹ ਹਰੀ ਹੈ। ਹਰ ਰਾਸ ਮੇਰੀ ਮਨ ਵਣਜਾਰਾ। ਰਾਸ ਅਸੀਂ ਕਹਿੰਦੇ ਹਾਂ ਜੋ ਕੋਈ ਵਣਜ ਵਪਾਰ ਕਰਨ ਦੇ ਵਾਸਤੇ ਜਿਹੜੀ ਪੂੰਜੀ ਹੁੰਦੀ ਹੈ ਉਹਨੂੰ ਅਸੀਂ ਰਾਸ ਕਹਿੰਦੇ। ਹੁਣ ਸਤਿਗੁਰੂ ਕਹਿ ਰਹੇ ਹਨ ਕਿ ਹਰ ਰਾਸ ਮੇਰੀ ਰਾਸ ਜਿਹੜੀ ਹੈ, ਮੇਰੀ ਪੂੰਜੀ ਹੈ, ਉਹ ਹਰੀ ਨੂੰ ਬਣਾ, ਮਨ ਵਣਜਾਰਾ। ਹਰ ਰਾਸ ਮੇਰੀ ਮਨ ਵਣਜਾਰਾ, ਸਤ ਗੁਰ ਤੇ ਰਾਸ ਜਾਣੀ। ਇਹ ਸੋਝੀ, ਇਹ ਸਮਝ ਜੋ ਹੈ ਇਹ ਮੈਨੂੰ ਗੁਰੂ ਤੋਂ ਹੀ ਪ੍ਰਾਪਤ ਹੋਈ ਹੈ ਕਿ ਜੇ ਮੈਂ ਆਨੰਦ ਤੱਕ ਪਹੁੰਚਣਾ ਹੈ, ਆਤਮਿਕ ਆਨੰਦ ਨੂੰ ਪ੍ਰਾਪਤ ਕਰਨਾ ਹੈ, ਤਾਂ ਫਿਰ ਪ੍ਰਭੂ ਦੇ ਨਾਮ ਨੂੰ ਹੀ ਮੈਨੂੰ ਆਪਣੀ ਰਾਸ ਪੂੰਜੀ ਬਣਾਉਣਾ ਪਏਗਾ ਤੇ ਮੈਨੂੰ ਇਸੇ ਦੀ ਵਣਜ ਹੀ ਕਰਨੀ ਪਏਗੀ, ਇਸੇ ਚੀਜ਼ ਦਾ ਹੀ ਵਣਜਾਰਾ ਬਣਨਾ ਪਏਗਾ। ਵਣਜਾਰਾ ਹੈ ਉਹ ਜੋ ਵਪਾਰ ਕਰਦਾ। ਵਣਜਾਰਾ ਰਾਸ ਪੂੰਜੀ ਲੈ ਕੇ ਤੇ ਵਣਜ ਕਰਦਾ ਹੈ। ਤੇ ਵਣਜਾਰਾ ਉਹ ਹੁੰਦਾ ਹੈ ਜਿਹੜਾ ਵਪਾਰੀ ਹੁੰਦਾ। ਵਣਜ ਕਰਨ ਵਾਲੇ ਨੂੰ ਅਸੀਂ ਵਪਾਰੀ ਕਹਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਅਸੀਂ ਪ੍ਰਭੂ ਦੇ ਨਾਮ ਨੂੰ ਹੀ ਰਾਸ ਪੂੰਜੀ ਬਣਾ ਲਈਏ ਤੇ ਮਨ ਨੂੰ ਵਪਾਰੀ ਬਣਾ ਲਈਏ ਤੇ ਫਿਰ ਅਸੀਂ ਇਸ ਰਸਤੇ ਤੇ ਤੁਰ ਸਕਦੇ ਹਾਂ। ਪਰ ਇਹ ਜਿਹੜੀ ਰਾਸ ਹੈ, ਇਹ ਸਮਝ ਹੈ, ਇਹ ਵਣਜਾਰਾ ਬਣਨ ਦੀ ਤੇ ਰਾਸ ਪੂੰਜੀ ਪ੍ਰਭੂ ਦੇ ਨਾਮ ਨੂੰ ਬਣਾਉਣ ਦੀ ਸਮਝ ਹੈ, ਇਹ ਸਤਿਗੁਰੂ ਤੋਂ ਹੀ ਪ੍ਰਾਪਤ ਹੋਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਹਰ ਹਰ ਨਿਤ ਜਪਿਓ ਜੀਓ। ਜੀਓ ਦਾ ਭਾਵ ਹੈ ਦਿਲ ਤੋਂ, ਪੂਰੇ ਪ੍ਰੇਮ ਦੇ ਨਾਲ। ਹਰ ਹਰ ਨਿਤ ਜਪਿਓ। ਜੇ ਪ੍ਰੇਮ ਦੇ ਨਾਲ ਮਨ ਤੋਂ ਜੀਓ ਭਾਵ ਪ੍ਰੇਮ ਦੇ ਨਾਲ ਨਿਤ ਜਪਿਓ ਭਾਵ ਸਦਾ ਜਪਿਓ। ਸਦਾ ਉਸ ਪ੍ਰਭੂ ਦੀ ਯਾਦ, ਉਸ ਪ੍ਰਭੂ ਦਾ ਨਾਮ ਜਪੋ। ਇਹ ਭਾਈ ਤੁਸੀਂ ਪ੍ਰੇਮ ਦੇ ਨਾਲ, ਪੂਰੇ ਦਿਲ ਦੇ ਨਾਲ, ਜੀ ਦੇ ਨਾਲ ਉਸ ਪ੍ਰਭੂ ਦਾ ਨਾਮ ਜਪਿਆ ਕਰੋ। ਲਾਹਾ ਖਟਿਓ ਦਿਹਾੜੀ। ਦਿਹਾੜੀ ਪਾਓ ਹਰ ਰੋਜ਼, ਲਾਹਾ ਖਟਿਓ ਤੇ ਹਰ ਰੋਜ਼ ਇਹ ਲਾਹਾ ਖਟਿਆ ਕਰੋ, ਇਹਦੀ ਪ੍ਰਾਪਤੀ ਕਰਿਆ ਕਰੋ, ਇਹ ਲਾਹਾ ਲਿਆ ਕਰੋ। ਕਿਹੜਾ? ਪ੍ਰਭੂ ਦੀ ਯਾਦ ਦਾ, ਪ੍ਰਭੂ ਦੀ ਯਾਦ ਦੇ ਆਨੰਦ ਦਾ, ਆਨੰਦ ਦੀ ਪ੍ਰਾਪਤੀ ਦਾ ਜਿਹੜਾ ਲਾਹਾ ਹੈ ਉਹ ਖਟਿਆ ਕਰੋ। ਹੁਣ ਇਹ ਜੋ ਆਤਮਿਕ ਆਨੰਦ ਹੈ ਇਹ ਪ੍ਰਭੂ ਦੀ ਯਾਦ ਵਿੱਚੋਂ ਮਿਲਣਾ ਹੈ
ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਵਣਜਾਰੇ ਬਣ ਕੇ ਇਸ ਪੂੰਜੀ ਨੂੰ ਵਰਤੋ, ਪ੍ਰਭੂ ਦੇ ਪ੍ਰੇਮ ਨੂੰ ਵਰਤੋ ਤੇ ਹਰ ਰੋਜ਼ ਮਨ ਲਗਾ ਕੇ ਉਸ ਪ੍ਰਭੂ ਨੂੰ ਜਪੋ ਤੇ ਫਿਰ ਹਰ ਰੋਜ਼ ਇਹ ਆਤਮਿਕ ਆਨੰਦ ਦਾ ਲਾਹਾ ਖੱਟੋ। ਸਤਿਗੁਰੂ ਕਹਿ ਰਹੇ ਹਨ ਇਹ ਧਨ ਤਿੰਨਾ ਮਿਲਿਆ। ਇਹ ਜਿਹੜਾ ਧਨ ਹੈ, ਇਹ ਆਤਮਿਕ ਆਨੰਦ ਦਾ ਧਨ, ਪ੍ਰਭੂ ਦੀ ਯਾਦ ਦਾ ਧਨ, ਪ੍ਰਭੂ ਦੇ ਨਾਲ ਜੁੜਨ ਦਾ ਧਨ ਜੋ ਹੈ, ਇਹ ਕਿਸ ਨੂੰ ਮਿਲਦਾ ਹੈ? ਇਹ ਉਹਨਾਂ ਨੂੰ ਹੀ ਮਿਲਦਾ ਹੈ ਜਿਨ ਹਰ ਆਪੇ ਭਾਣਾ। ਭਾਣਾ ਭਾਵ ਚੰਗਾ ਲੱਗੇ। ਇਹ ਉਸੇ ਨੂੰ ਹੀ ਮਿਲਦਾ ਹੈ ਜਿਸ ਨੂੰ ਇਹ ਆਨੰਦ ਦੀ ਰਾਸ, ਇਹ ਧਨ ਜੋ ਹੈ, ਇਹ ਪ੍ਰਭੂ ਨੂੰ ਦੇਣਾ, ਪ੍ਰਭੂ ਨੂੰ ਚੰਗਾ ਲੱਗਦਾ ਹੈ ਕਿ ਮੈਂ ਇਹਨੂੰ ਦਿਆਂ। ਜਿਸ ਨੂੰ ਦੇਣਾ ਪ੍ਰਭੂ ਨੂੰ ਚੰਗਾ ਲੱਗਦਾ, ਜਿਨ ਹਰ ਆਪੇ ਭਾਣਾ। ਇਹ ਮਿਲਦਾ ਹੀ ਉਹਨੂੰ ਹੈ ਜਿਹਨੂੰ ਪ੍ਰਭੂ ਨੂੰ, ਹਰੀ ਨੂੰ ਚੰਗਾ ਲੱਗਦਾ ਹੈ ਕਿ ਮੈਂ ਇਹਨੂੰ ਦਿਆਂ। ਭਾਵ ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ ਹੈ, ਇਹ ਅਕਾਲ ਪੁਰਖ ਦੀ ਮਿਹਰ ਕਿਰਪਾ ਦੇ ਨਾਲ ਹੀ ਇਹ ਧਨ ਦੀ ਪ੍ਰਾਪਤੀ ਹੋ ਸਕਦੀ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵੰਜ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਕਿ ਪ੍ਰਭੂ ਦਾ ਨਾਮ ਜੋ ਹੈ, ਪ੍ਰਭੂ ਦੀ ਯਾਦ ਜੋ ਹੈ, ਪ੍ਰਭੂ ਦਾ ਪ੍ਰੇਮ ਹੈ, ਉਹ ਮੇਰੀ ਪੂੰਜੀ ਬਣ ਗਈ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੈਂ ਆਨੰਦ ਦੀ ਖੱਟੀ ਖੱਟਦਾ ਹਾਂ, ਕਿਉਂਕਿ ਮੇਰਾ ਮਨ ਹੁਣ ਇਸ ਰਾਸ ਪੂੰਜੀ ਨੂੰ ਵਰਤ ਕੇ ਵਣਜਾਰਾ ਆਤਮਿਕ ਆਨੰਦ ਦਾ, ਪ੍ਰਭੂ ਦੇ ਨਾਮ ਦਾ ਵਪਾਰੀ ਬਣ ਗਿਆ। ਹੁਣ ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਜੋ ਗੱਲ ਸਮਝਾਈ ਸੀ ਉਹ ਇਹ ਸੀ ਕਿ ਅਸੀਂ ਕਿਸੇ ਮੁੱਲ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤੇ ਹੁਣ ਇੱਥੇ ਸਤਿਗੁਰੂ ਕਹਿ ਰਹੇ ਹਨ ਕਿ ਗੁਰੂ ਤੋਂ ਇਹ ਸਮਝ ਮਿਲ ਜਾਵੇ, ਗੁਰੂ ਤੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਕਿ ਆਤਮਿਕ ਆਨੰਦ ਦੀ ਖੱਟੀ ਖੱਟਣ ਵਾਸਤੇ ਪ੍ਰਭੂ ਦਾ ਨਾਮ ਹੀ ਮਨੁੱਖ ਦਾ ਸਰਮਾਇਆ ਹੈ। ਜੇ ਇਹ ਸਰਮਾਇਆ ਬਣ ਜਾਵੇ ਤੇ ਫਿਰ ਅਸੀਂ ਉਸ ਦੇ ਨਾਮ ਦੀ ਖੱਟੀ ਖੱਟਣ ਵਾਸਤੇ, ਆਨੰਦ ਦੀ ਖੱਟੀ ਖੱਟਣ ਦੇ ਯੋਗ ਹੋ ਜਾਂਦੇ ਹਾਂ। ਪਰ ਇਹ ਸਰਮਾਇਆ ਮਿਲਦਾ ਕਿਹਨੂੰ ਹੈ? ਉਹਨੂੰ ਮਿਲਦਾ ਹੈ ਜਿਹਦੇ ਤੇ ਉਹ ਪ੍ਰਭੂ ਆਪ ਮਿਹਰ ਕਰੇ, ਜਿਨ ਹਰ ਆਪੇ ਭਾਣਾ। ਤੋ ਜਿਨ੍ਹਾਂ ਨੂੰ ਇਹ ਵਰਤਣਾ ਆਉਂਦਾ ਹੈ, ਇਹ ਰਾਸ ਵਰਤਣੀ ਆਉਂਦੀ ਹੈ, ਜਿਨ੍ਹਾਂ ਨੂੰ ਇਸ ਰਾਸ ਦੀ ਕਦਰ ਹੁੰਦੀ ਹੈ, ਜਿਹੜੇ ਇਸ ਰਾਸ ਨੂੰ ਵਰਤ ਕੇ ਇਹਦਾ ਵਣਜ ਕਰਕੇ ਖੱਟੀ ਖੱਟਣ ਦੀ ਜਾਚ ਜਾਣਦੇ ਹਨ, ਉਹਨਾਂ ਨੂੰ ਹੀ ਇਹ ਧਨ ਪ੍ਰਾਪਤ ਹੋ ਸਕਦਾ। ਹੁਣ ਇੱਥੇ ਸਾਡੇ ਮਨ ਦੇ ਵਿੱਚ ਇੱਕ ਗੱਲ, ਸਵਾਲ ਪੈਦਾ ਹੋਣਾ ਜ਼ਰੂਰੀ ਹੈ ਕਿ ਪਹਿਲਾਂ ਤਾਂ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਪ੍ਰਭੂ ਜੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਮੁੱਲ ਪਾ ਕੇ ਲਿਆ ਨਹੀਂ ਜਾ ਸਕਦਾ। ਤੇ ਫਿਰ ਸਤਿਗੁਰੂ ਜੀ ਹੁਣ ਇੱਥੇ ਹੀ ਵਣਜ ਕਰਨ ਦੀ ਤੇ ਰਾਸ ਦੀ ਗੱਲ ਕਰ ਰਹੇ ਕਿ ਜਿਸ ਵਸਤੂ ਦਾ ਮੁੱਲ ਹੀ ਨਹੀਂ, ਉਹਦਾ ਵਣਜ ਕਿਵੇਂ ਹੋਵੇ। ਹੁਣ ਸਤਿਗੁਰੂ ਜੀ ਸਾਨੂੰ ਕਹਿ ਰਹੇ ਹਨ ਕਿ ਹਰ ਆਪ ਮੁਲਕ ਹੈ, ਪਰ ਨਾਲ ਕਹਿ ਰਹੇ ਹਨ ਕਿ ਹਰ ਰਾਸ ਮੇਰੀ, ਨਾਲ ਮਨ ਨੂੰ ਵਣਜਾਰਾ ਵੀ ਕਹਿ ਰਹੇ ਹਨ, ਵਪਾਰ ਕਰਨ ਦਾ ਵੀ ਜੋ ਸਿੱਖਿਆ ਦੇ ਰਹੇ ਹਨ ਕਿ ਇਹ ਵਪਾਰ ਕਰੋ, ਵਪਾਰੀ ਬਣੋ। ਆਓ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰੀਏ। ਇਸ ਗੰਭੀਰ ਵਿਸ਼ੇ ਨੂੰ ਸਾਡੀ ਭਾਸ਼ਾ ਦੇ ਵਿੱਚ ਦਰਅਸਲ ਸਤਿਗੁਰੂ ਜੀ ਸਮਝਾ ਰਹੇ ਹਨ, ਕਿਉਂਕਿ ਸਾਨੂੰ ਭਾਸ਼ਾ ਇਹੀ ਸਮਝ ਆਉਂਦੀ ਹੈ। ਅਸੀਂ ਹਰ ਆਪਣੇ ਦੁਨੀਆ ਦੇ ਜੋ ਵੀ ਅਸੀਂ ਕੰਮ ਕਰਦੇ ਹਾਂ, ਉਹਨੂੰ ਅਸੀਂ ਵਣਜ, ਵਪਾਰ ਜਾਂ ਬਿਜ਼ਨਸ ਦੀ ਤਰ੍ਹਾਂ ਕਰਦੇ ਹਾਂ। ਭਾਵੇਂ ਨੌਕਰੀ ਕਰੀਏ ਜਾਂ ਕੋਈ ਪ੍ਰੋਫੈਸ਼ਨਲ ਵੀ ਹੋਈਏ, ਅਸੀਂ ਕਹਿੰਦੇ ਇਹੀ ਹਾਂ ਕਿ ਦਿਸ ਇਜ਼ ਮਾਈ ਬਿਜ਼ਨਸ, ਮੇਰਾ ਇਹ ਵਪਾਰ ਹੈ। ਅਸੀਂ ਕੋਈ ਦਿਨ ਐਸਾ ਆਉਂਦਾ ਕਿ ਸਾਰਾ ਦਿਨ ਅਸੀਂ ਕੰਮ ਵਿੱਚ ਲੱਗੇ ਰਹਿੰਦੇ ਹਾਂ, ਪਰ ਸ਼ਾਮ ਨੂੰ ਸਾਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਸਾਰਾ ਦਿਨ ਕੰਮ ਤਾਂ ਕੀਤਾ ਪਰ ਖੱਟੀ ਤੇ ਕੋਈ ਕੀਤੀ ਕੋਈ ਨਹੀਂ, ਕੁਝ ਖੱਟਿਆ ਤੇ ਹੈ ਨਹੀਂ। ਤੇ ਕਹਿੰਦੇ ਵੀ ਅੱਜ ਦੀ ਦਿਹਾੜੀ ਵੇਸਟ ਚਲੀ ਗਈ, ਅੱਜ ਕੁਝ ਨਹੀਂ ਖੱਟਿਆ, ਅੱਜ ਕੁਝ ਨਹੀਂ ਕਮਾਇਆ। ਸਾਡਾ ਆਪਣੇ ਕੰਮ ਦੇ ਵਿੱਚ ਧਿਆਨ ਇੰਨਾ ਹੁੰਦਾ ਹੈ ਕਿ ਸਾਡਾ ਫੋਕਸ ਹੈ, ਕਨਸੈਂਟਰੇਸ਼ਨ ਹੈ, ਸਾਰਾ ਦਿਨ ਅਸੀਂ ਇਹੀ ਦਿਮਾਗ ਦੇ ਵਿੱਚ ਨਾਲੋਂ ਨਾਲ ਸਾਡੇ ਉਹ ਸੂਈ ਘੁੰਮਦੀ ਰਹਿੰਦੀ ਹੈ ਕਿ ਸਾਨੂੰ ਪਤਾ ਹੁੰਦਾ ਹੈ ਕਿ ਸ਼ਾਮ ਨੂੰ ਕਿ ਅੱਜ ਅਸੀਂ ਖੱਟਿਆ ਹੈ ਜਾਂ ਨਹੀਂ ਖੱਟਿਆ, ਸਾਨੂੰ ਹਿਸਾਬ ਲਗਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮਨ ਦਾ ਫੋਕਸ ਹੀ ਉੱਧਰ ਹੁੰਦਾ। ਸਾਨੂੰ ਪਤਾ ਹੁੰਦਾ ਹੈ ਬਿਨਾਂ ਕੋਈ ਕੈਲਕੂਲੇਸ਼ਨ ਕੀਤਿਆਂ
ਸਾਨੂੰ ਪਤਾ ਹੁੰਦਾ ਵੀ ਅੱਜ ਅਸੀਂ ਕੀ ਖੱਟਿਆ ਹੈ ਤੇ ਕੀ ਕਮਾਇਆ। ਇਹ ਅਵਸਥਾ ਹੈ ਵਣਜਾਰਾ ਹੋਣ ਦੀ, ਵਪਾਰੀ ਹੋਣ ਦੀ। ਭਾਵ ਕਿ ਅਸੀਂ ਅਚੇਤ ਤੌਰ ਦੇ ਉੱਤੇ ਅਨਕੌਂਸ਼ੀਅਸਲੀ ਆਪਣੇ ਮਿੰਟ ਮਿੰਟ ਦਾ ਹਿਸਾਬ ਰੱਖਦੇ ਹਾਂ, ਦੁਨਿਆਵੀ ਕੰਮ ਵੀ ਕਰਦੇ ਹਾਂ, ਵਪਾਰ ਤੋਂ ਇਲਾਵਾ ਹੋਰ ਸਮਾਜਿਕ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਦੇ ਹਾਂ, ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਦੇ ਹਾਂ, ਗੁਰਦੁਆਰੇ ਵੀ ਮੱਥਾ ਟੇਕ ਆਉਂਦੇ ਆ, ਤੇ ਫਿਰ ਵੀ ਅੱਜ ਸ਼ਾਮ ਨੂੰ ਅਸੀਂ ਇਹ ਕਹਿ ਦਿੰਦੇ ਆ, ਇੰਨੇ ਕੰਮ ਕਰਨ ਤੋਂ ਬਾਅਦ ਵੀ ਕਹਿੰਦੇ ਵੀ ਅੱਜ ਕੁਝ ਨਹੀਂ ਖੱਟਿਆ ਭਾਈ, ਅੱਜ ਕੁਝ ਨਹੀਂ ਕਮਾਈ ਕੀਤੀ, ਕਿਉਂਕਿ ਸਾਡਾ ਮਨ ਉੱਥੇ ਹੀ ਟਿਕਿਆ ਹੁੰਦਾ ਹੈ। ਸਾਨੂੰ ਮਿੰਟ ਮਿੰਟ ਦਾ ਆਪਣੇ ਦਾ ਹਿਸਾਬ ਪਤਾ ਹੁੰਦਾ ਹੈ ਕਿ ਅਸੀਂ ਅੱਜ ਸਾਰਾ ਦਿਨ ਕੀਤਾ ਕੀ, ਪਰ ਉਹ ਸਾਡਾ ਹਿਸਾਬ ਜਿਹੜਾ ਹੁੰਦਾ ਉਹ ਵਪਾਰ ਵਾਸਤੇ ਹੁੰਦਾ। ਅਸੀਂ ਸਾਰਾ ਦਿਨ ਕੀ ਕੀਤਾ ਉਹ ਸਾਨੂੰ ਪਤਾ ਹੁੰਦਾ। ਹੁਣ ਸਤਿਗੁਰੂ ਜੀ ਸਾਨੂੰ ਇੱਥੇ ਨਹੀਂ ਕਹਿ ਰਹੇ ਕਿ ਅਸੀਂ ਕੋਈ ਵਣਜਾਰਾ ਦੂਜੇ ਵਪਾਰ ਦੁਨੀਆ ਤੇ ਕਰਕੇ ਅਸੀਂ ਪ੍ਰਭੂ ਦੀ ਪ੍ਰਾਪਤੀ ਕਰ ਲੈਣੀ ਹੈ। ਸਤਿਗੁਰੂ ਜੀ ਇਹ ਕਹਿ ਰਹੇ ਹਨ ਕਿ ਜੇ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ, ਆਨੰਦ ਦੀ ਪ੍ਰਾਪਤੀ ਕਰਨੀ ਹੈ, ਜਾਂ ਪ੍ਰਭੂ ਦੇ ਪ੍ਰੇਮ ਦੇ ਆਨੰਦ ਦੇ ਵਣਜਾਰੇ ਬਣਨਾ ਹੈ, ਤੇ ਫਿਰ ਸਾਨੂੰ ਵਣਜਾਰੇ ਬਣਨਾ ਪਵੇਗਾ। ਵਣਜਾਰੇ ਵਾਲੀ ਮਾਨਸਿਕਤਾ ਸੋਚ ਰੱਖਣੀ ਪਵੇਗੀ। ਫਿਰ ਅਸੀਂ ਇਹ ਹਿਸਾਬ ਲਗਾ ਲਵਾਂਗੇ ਕਿ ਹਰ ਹਰ ਨਿਤ ਜਪਿਓ। ਫਿਰ ਅਸੀਂ ਨਿਤ ਜਪਿਓ ਭਾਵ ਸਦਾ ਜਪਿਓ। ਫਿਰ ਪੂਰੇ ਦਿਨ ਦਾ ਸਾਨੂੰ ਪਤਾ ਹੋਏਗਾ ਕਿ ਅੱਜ ਮੈਂ ਪ੍ਰਭੂ ਦੇ ਨਾਲ ਕਿੰਨੀ ਕੁ ਦੇਰ ਜੁੜਿਆ, ਜਿੰਨਾ ਮੈਨੂੰ ਜੁੜਨਾ ਚਾਹੀਦਾ ਹੈ, ਜਿੰਨਾ ਮੈਨੂੰ ਪ੍ਰਭੂ ਦੀ ਯਾਦ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿ ਮੈਂ ਉਨੀ ਕੀਤੀ ਹੈ ਜਾਂ ਨਹੀਂ ਕੀਤੀ। ਜਿਵੇਂ ਅਸੀਂ ਆਪਣੀ ਵਣਜਾਰੇ ਵਾਲੀ ਸੋਚ ਦੇ ਨਾਲ ਸਾਰੀ ਦਿਹਾੜੀ ਨੂੰ ਖੱਟੀ ਦੀ ਕਸਵੱਟੀ ਦੇ ਉੱਤੇ ਤੋਲ ਕੇ ਸ਼ਾਮ ਨੂੰ ਬਿਨਾਂ ਸੋਚੇ ਸਮਝੇ ਮਿੰਟ ਦੇ ਵਿੱਚ ਹਿਸਾਬ ਲਗਾ ਲੈਂਦੇ ਵੀ ਅੱਜ ਮੈਂ ਕੁਝ ਨਹੀਂ ਖੱਟਿਆ, ਤੇ ਫਿਰ ਅਸੀਂ ਆਪਣੀ ਦਿਹਾੜੀ ਨੂੰ ਹੀ ਤੋਲਾਂਗੇ ਕਿ ਲਾਹਾ ਖੱਟਿਓ ਦਿਹਾੜੀ, ਅੱਜ ਮੈਂ ਕੁਝ ਖੱਟਿਆ ਹੈ ਕਿ ਨਹੀਂ ਖੱਟਿਆ। ਭਾਵ ਮੈਂ ਪ੍ਰਭੂ ਪ੍ਰੇਮ ਦੇ ਵਿੱਚ ਜੁੜ ਕੇ ਆਨੰਦ ਦੀ ਪ੍ਰਾਪਤੀ ਕਰਨ ਵਾਸਤੇ ਕੁਝ ਖੱਟੀ ਕੀਤੀ ਹੈ ਜਾਂ ਨਹੀਂ ਕੀਤੀ, ਮੈਂ ਉਧਰ ਕਦਮ ਚੁੱਕੇ ਹਨ ਜਾਂ ਨਹੀਂ ਚੁੱਕੇ। ਜੇ ਇਹ ਸੋਚ ਸਾਡੀ ਹੋ ਜਾਵੇਗੀ ਜਿਵੇਂ ਇੱਕ ਵਣਜਾਰਾ ਵਣਜ ਕਰਦਿਆਂ ਹੋਇਆ, ਇਹਨੂੰ ਸਿਰਫ ਉੱਥੇ ਤੱਕ ਹੀ ਸੀਮਤ ਨਾ ਕਰ ਲਈਏ ਕਿ ਅਸੀਂ ਮਨ ਦੇ ਵਿੱਚੋਂ ਇਹ ਚੀਜ਼ ਕੱਢ ਕੇ ਅਰਪਣ ਕਰ ਦਿੱਤੀ ਗੁਰੂ ਦੇ ਉੱਤੇ ਤੇ ਉਹਦੇ ਕੋਲੋਂ ਇਹ ਆਨੰਦ ਦੀ ਪ੍ਰਾਪਤੀ ਕਰ ਲਈ। ਨਹੀਂ, ਸਾਨੂੰ ਇਹ ਸਾਰਾ ਕੰਮ ਵਣਜਾਰੇ ਦੀ ਮਾਨਸਿਕਤਾ ਨਾਲ ਵੀ ਕਰਨ ਦੀ ਸਤਿਗੁਰੂ ਸਿੱਖਿਆ ਦੇ ਰਹੇ ਹਨ। ਫਿਰ ਪੂਰੇ ਦਿਨ ਦਾ ਹਿਸਾਬ ਲਾਉਣ ਲਈ ਕਹਿ ਰਹੇ ਹਨ ਕਿ ਪੂਰਾ ਦਿਨ ਉਹਦੀ ਯਾਦ ਦੇ ਵਿੱਚ ਜੁੜੋ, ਤੇ ਸ਼ਾਮ ਨੂੰ ਹਿਸਾਬ ਵੀ ਲਗਾਓ ਕਿ ਲਾਹਾ ਖੱਟਿਓ ਦਿਹਾੜੀ, ਫਿਰ ਖੱਟੋਗੇ। ਜੇ ਉਹਦੀ ਯਾਦ ਦੇ ਵਿੱਚ ਜੁੜੋਗੇ ਤੇ ਫਿਰ ਖੱਟਿਓ ਦਿਹਾੜੀ ਵਾਲੀ ਅਵਸਥਾ ਆਏਗੀ। ਸੋ ਜਦੋਂ ਅਸੀਂ ਇਹ ਜੁੜਦੇ ਜੁੜਦੇ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਲਵਾਂਗੇ, ਪ੍ਰਭੂ ਨੂੰ ਭਾ ਜਾਵਾਂਗੇ, ਜਿਨ ਹਰ ਆਪੇ ਭਾਣਾ, ਤੇ ਫਿਰ ਸਤਿਗੁਰੂ ਜੀ ਕਹਿ ਰਹੇ ਹਨ ਇਹ ਧਨ ਤਿੰਨਾ ਮਿਲੇਗਾ। ਜਦੋਂ ਇਹਨਾਂ ਯਤਨਾਂ ਦੇ ਨਾਲ, ਲਗਾਤਾਰ ਯਤਨਾਂ ਦੇ ਨਾਲ ਨਿਤ ਜਪਿਓ, ਤਾਂ ਜਦੋਂ ਅਸੀਂ ਲਗਾਤਾਰ ਪ੍ਰਭੂ ਦੀ ਯਾਦ ਦੇ ਵਿੱਚ ਜੁੜਦੇ ਜੁੜਦੇ ਪ੍ਰਭੂ ਨੂੰ ਚੰਗੇ ਲੱਗਣੇ ਸ਼ੁਰੂ ਹੋ ਜਾਵਾਂਗੇ, ਤਾਂ ਫਿਰ ਆਨੰਦ ਦਾ, ਪ੍ਰਭੂ ਮਿਲਾਪ ਦਾ ਧਨ ਸਾਨੂੰ ਪ੍ਰਾਪਤ ਹੋ ਜਾਵੇਗਾ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਮਿਲਣਾ ਉਦੋਂ ਹੀ ਹੈ ਜਦੋਂ ਅਕਾਲ ਪੁਰਖ ਨੂੰ ਅਸੀਂ ਭਾ ਜਾਵਾਂਗੇ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਅਕਾਲ ਪੁਰਖ ਨੂੰ, ਹਰੀ ਨੂੰ, ਵਾਹਿਗੁਰੂ ਨੂੰ ਖਰੀਦੇ ਜਾਣ ਵਾਲੀ ਅਵਸਥਾ ਵਸਤੂ ਨਾ ਮੰਨ, ਉਹ ਨਾ ਸਮਝ ਕੇ ਬੈਠ ਜਾ। ਜਿਵੇਂ ਪਹਿਲੀ ਪੌੜੀ ਦੇ ਵਿੱਚ ਸਮਝਾਇਆ, ਇਹ ਪ੍ਰੇਮ ਦੀ ਰਾਸ ਨਾਲ ਮਿਲਣ ਵਾਲੀ ਚੀਜ਼ ਹੈ ਜਿਹੜੀ ਸਤਿਗੁਰੂ ਤੋਂ ਪ੍ਰਾਪਤੀ ਹੁੰਦੀ ਹੈ। ਤੇ ਮਿਲਦੀ ਵੀ ਸਿਰਫ ਇਹ ਨਹੀਂ ਹੈਗਾ ਕਿ ਇੱਕ ਵਾਰੀ ਲੈ ਕੇ ਤੇ ਅਸੀਂ ਸਮਝੀਏ ਕਿ ਸਾਨੂੰ ਸਾਰੀ ਜ਼ਿੰਦਗੀ ਦਾ ਸੌਦਾ ਮਿਲ ਗਿਆ। ਇਹ ਲਗਾਤਾਰ ਨਿਤ ਜਪਿਓ, ਲਗਾਤਾਰ ਉਹਦੇ ਨਾਲ ਜੁੜੇ ਰਹੀਏ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਆਪਣੇ ਵਣਜ ਦੇ ਵਿੱਚ ਹਰ ਵੇਲੇ ਅੰਦਰੋਂ ਉੱਥੇ ਹੀ ਜੁੜੇ ਰਹਿੰਦੇ ਹਾਂ। ਸਾਨੂੰ ਕਸਵੱਟੀ ਆਪਣੀ ਸਾਡੀ ਨਾਲ ਚੱਲ ਰਹੀ ਹੁੰਦੀ ਹੈ ਕਿ ਅਸੀਂ ਕੀ ਪ੍ਰਾਪਤ ਕੀਤਾ ਹੈ, ਕੀ ਨਹੀਂ ਪ੍ਰਾਪਤ ਕੀਤਾ। ਅਸੀਂ ਹਰ ਵੇਲੇ ਆਪਣੇ ਆਪ ਨੂੰ ਤੋਲਦੇ ਰਹਿੰਦੇ ਹਾਂ। ਭਾਵ ਕਿ ਜੇ ਪ੍ਰਭੂ ਦੇ ਨਾਮ ਦੀ, ਆਨੰਦ ਦੀ ਪ੍ਰਾਪਤੀ ਕਰਨੀ ਹੈ, ਤਾਂ ਫਿਰ ਹਰ ਕੇ ਨਾਮ ਕੇ ਵਿਉਪਾਰੀ ਉਹ ਬਣਨਾ ਪਵੇਗਾ ਸਾਨੂੰ। ਜੇ ਉਹ ਬਣ ਜਾਵਾਂਗੇ ਤਾਂ ਫਿਰ ਇਹ ਕੰਮ ਵੀ ਸਾਰਾ ਦਿਨ ਉਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਦੁਨਿਆਵੀ ਵਪਾਰ ਕਰਦੇ। ਅਸੀਂ ਫਿਰ ਸਮਾਜਿਕ ਕੰਮ ਵੀ ਕਰਾਂਗੇ, ਪਰਿਵਾਰਕ ਕੰਮ ਵੀ ਕਰਾਂਗੇ,
ਦੁਨੀਆ ਦੇ ਵਿੱਚ ਠਾਠਾ ਬਾਗਾ ਵੀ ਸਾਡਾ ਚੱਲਦਾ ਰਹੇਗਾ, ਪਰ ਅੰਦਰੋਂ ਸਾਡੀ ਉਹ ਕਸਵੱਟੀ ਚੱਲਦੀ ਰਹੇਗੀ ਕਿ ਮੈਂ ਜਿਹੜੀ ਵੱਖਰ ਲੈਣ ਲਈ ਆਇਆ ਸਾਂ, ਜਿਹੜੀ ਖੱਟੀ ਕਰਨ ਲਈ ਆਇਆ ਸਾਂ, ਮੈਂ ਅੱਜ ਉਹ ਖੱਟੀ ਕੀਤੀ ਹੈ ਜਾਂ ਨਹੀਂ ਕੀਤੀ। ਇਹ ਵਣਜਾਰੇ ਵਾਲੀ ਮਾਨਸਿਕਤਾ ਦੇ ਨਾਲ ਸਾਨੂੰ ਆਪਣੇ ਪੂਰੇ ਦਿਨ ਨੂੰ ਤੋਲਣਾ ਪਵੇਗਾ। ਫਿਰ ਅਸੀਂ ਆਪਣੀ ਕਸਵੱਟੀ ਇਹ ਨਹੀਂ ਕਿ ਅਸੀਂ ਪੈਸੇ ਦੀ ਜਾਂ ਮਾਇਆ ਦੀ ਕਮਾਈ ਕਿੰਨੀ ਕੀਤੀ ਹੈ, ਫਿਰ ਸਾਡੀ ਕਸਵੱਟੀ ਉਹ ਬਣ ਜਾਵੇਗੀ ਕਿ ਹਾਥ ਪਾਉ ਸਭ ਕਾਮ ਕਰ, ਚੀਤ ਨਿਰੰਜਨ ਨਾਲ। ਫਿਰ ਇਸ ਕਸਵੱਟੀ ਦੇ ਉੱਤੇ ਸਾਨੂੰ ਆਪਣੀ ਦਿਹਾੜੀ ਦੀ ਖੱਟੀ ਤੋਲਣੀ ਪਵੇ ਕਿ ਮੈਂ ਕੰਮ ਤਾਂ ਕੀਤਾ ਹੈ, ਪਰ ਨਾਲ ਨਿਰੰਜਨ ਦੇ ਨਾਲ ਚਿੱਤ ਜੋੜਿਆ ਕਿ ਨਹੀਂ ਜੋੜਿਆ, ਸਾਡੀ ਉਹ ਅਵਸਥਾ ਬਣੀ ਹੈ ਕਿ ਨਹੀਂ ਬਣੀ। ਇਹ ਜਦ ਤੱਕ ਸਾਡੀ ਵਣਜਾਰੇ ਵਾਲੀ ਮਾਨਸਿਕਤਾ ਅਸੀਂ ਧਾਰਨ ਕਰਕੇ ਪ੍ਰਭੂ ਦੇ ਨਾਮ ਦਾ ਵਣਜ ਨਹੀਂ ਕਰਨਾ ਸ਼ੁਰੂ ਕਰਦੇ, ਉਦੋਂ ਤੱਕ ਇਹ ਆਨੰਦ ਦਾ ਜਿਹੜਾ ਧਨ ਹੈ, ਪ੍ਰਭੂ ਮਿਲਾਪ ਦਾ ਧਨ ਹੈ, ਪ੍ਰਭੂ ਮਿਲਾਪ ਦਾ, ਪ੍ਰਭੂ ਦੇ ਆਨੰਦ ਦਾ, ਪ੍ਰਭੂ ਦੀ ਯਾਦ ਦਾ ਧਨ ਜਿਹੜਾ ਹੈ, ਉਹ ਤਾਂ ਹੀ ਮਿਲਣਾ ਹੈ, ਉਸ ਤੋਂ ਬਿਨਾਂ ਨਹੀਂ ਪ੍ਰਾਪਤ ਹੋਣਾ। ਜਦੋਂ ਅਸੀਂ ਪ੍ਰਭੂ ਦੇ ਨਾਲ ਜੁੜਾਂਗੇ, ਪ੍ਰਭੂ ਨੂੰ ਚੰਗੇ ਲੱਗਾਂਗੇ, ਫਿਰ ਸਤਿਗੁਰੂ ਦੀ ਜੋ ਮਿਲਾਪ ਹੈ, ਸਤਿਗੁਰੂ ਦੀ ਸਿੱਖਿਆ ਪ੍ਰਾਪਤੀ ਦਾ ਜੋ ਧਨ ਹੈ, ਅਕਾਲ ਪੁਰਖ ਨੇ ਸਾਨੂੰ ਬਖਸ਼ਣਾ ਹੈ, ਤੇ ਫਿਰ ਆਨੰਦ ਦੀ ਪ੍ਰਾਪਤੀ ਵੱਲ ਅਸੀਂ ਤੁਰ ਸਕਦੇ ਹਾਂ। ਫਿਰ ਉਹ ਅਵਸਥਾ ਆਏਗੀ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਤੇ ਜਦੋਂ ਇਹ ਅਵਸਥਾ ਆ ਜਾਵੇਗੀ ਸਤਿਗੁਰੂ ਦੀ ਸ਼ਰਨ ਪੈਣ ਦੇ ਨਾਲ, ਸਤਿਗੁਰੂ ਦੇ ਪੱਲੇ ਨੂੰ ਫੜਨ ਦੇ ਨਾਲ, ਉਹਦੇ ਲੜ ਲੱਗਣ ਦੇ ਨਾਲ, ਉਹਨੂੰ ਫੋਲੋ ਕਰਨ ਦੇ ਨਾਲ, ਫਿਰ ਇਹ ਅਵਸਥਾ ਆਏਗੀ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਣਾ ਪ੍ਰਵਾਨ ਕਰਨੀ ਹੈ ਜੀ। ਹੋਈਆਂ ਬੇਅੰਤ ਭੁੱਲਾਂ ਨੂੰ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਪੌੜੀਆਂ ਆਨੰਦ ਦੀਆਂ ਅਸੀਂ ਅੱਜ 30 ਤੇ 31 ਨੰਬਰ ਪੌੜੀ ਦੀ ਵਿਚਾਰ ਸਰਵਣ ਕੀਤੀ ਹੈ। ਅਖੀਰ ਤੇ ਆ ਕੇ ਕੁਝ ਨੈਟਵਰਕ ਦੀ ਪ੍ਰੋਬਲਮ ਦੇ ਨਾਲ ਇੱਕ ਅੱਧਾ ਮਿੰਟ ਅਸੀਂ ਪਿੱਛੇ ਸਰਵਣ ਨਹੀਂ ਕਰ ਸਕੇ ਕਿ ਮੈਂ ਚਾਹੁੰਦੇ ਹਾਂ। ਪਹਿਲੀ ਪੌੜੀ ਗੁਰੂ ਪਾਤਸ਼ਾਹ ਜੀ ਨੇ ਜਿਹੜੀ 30ਵੀਂ ਪੌੜੀ 'ਚ ਵਿਚਾਰ ਦਿੱਤਾ ਹੈ, ਕਮਾਲ ਦਾ ਹੈ। ਸੰਸਾਰ ਨਿਰੰਕਾਰ ਨੂੰ ਮਿਲਣ ਲਈ ਦੁਨਿਆਵੀ ਪਦਾਰਥਾਂ ਦੀ ਵਰਤੋਂ ਕਰਦਾ ਹੈ, ਔਰ ਸੰਸਾਰ ਨਿਰੰਕਾਰ ਨੂੰ ਦੁਨਿਆਵੀ ਪਦਾਰਥਾਂ ਦੇ ਬਦਲੇ ਵਿੱਚ ਖਰੀਦਣਾ ਵੀ ਚਾਹੁੰਦਾ ਹੈ। ਔਰ ਇਹ ਕੁਝ ਵਾਪਰਿਆ ਹੈ ਧਰਮ ਦੀ ਦੁਨੀਆ ਵਿੱਚ, ਅਸੀਂ ਦੇਖਦੇ ਹਾਂ ਤਾਂ ਇਹ ਕੁਝ ਵਾਪਰਦਾ ਹੈ। ਦੌਲਤ ਦੇ ਜ਼ੋਰ ਦੇ ਉੱਤੇ, ਦੌਲਤ ਦੇ ਬਲ ਦੇ ਉੱਤੇ, ਦੌਲਤ ਦੇ ਤਲ ਦੇ ਉੱਤੇ ਅਸੀਂ ਸ਼ਾਇਦ ਇਹ ਵਪਾਰ ਕਰਨਾ ਚਾਹੁੰਦੇ ਹਾਂ ਕਿ ਦੌਲਤ ਦਿਓ ਤੇ ਰੱਬ ਮਿਲੋ। ਇਹ ਬੜੀ ਗੁਰੂ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਿਹੜਾ ਪਹਿਲੀ ਪੌੜੀ ਦੇ ਵਿੱਚ ਵਿਚਾਰ ਦਿੱਤੀ, ਉਹ ਦਿੱਤੀ ਹੈ ਕਿ ਗੁਰੂ ਪਾਸੋਂ ਇਹ ਗੱਲ ਸਾਰੀ ਸਮਝ ਆਉਂਦੀ ਹੈ ਕਿ ਇਹ ਮਿਲਾਪ ਦੁਨਿਆਵੀ ਪਦਾਰਥਾਂ ਦੇ ਵੱਟੇ ਨਾਲ ਨਹੀਂ ਮਿਲਦਾ। ਜਿਸ ਹਿਰਦੇ ਵਿੱਚ ਪਿਆਰੇ ਪ੍ਰੀਤਮ ਦਾ ਪਿਆਰ ਹੀ ਨਹੀਂ ਜਾਗਿਆ, ਉੱਥੇ ਮਿਲਾਪ ਕਿੱਥੋਂ ਹੈ, ਇੱਥੇ ਆਨੰਦ ਕਿੱਥੋਂ ਹੈ? ਆਨੰਦ ਤਾਂ ਮਿਲਾਪ ਦੀ ਨਿਸ਼ਾਨੀ ਹੈ। ਮਿਲਾਪ ਜਿਹੜਾ ਆਨੰਦ ਦੀ ਨਿਸ਼ਾਨੀ ਹੈ, ਤੇ ਜਿੱਥੇ ਮਿਲਾਪ ਨਹੀਂ ਹੈ ਉੱਥੇ ਆਨੰਦ ਕਿੱਥੋਂ ਹੋਏਗਾ? ਗੁਰਬਾਣੀ ਨੇ ਬਾਰ-ਬਾਰ ਇਹ ਸਾਨੂੰ ਗੱਲ ਸਮਝਾਈ ਹੈ, ਬਾਰ-ਬਾਰ ਇਹ ਗੱਲਾਂ ਸਾਡੀ ਝੋਲੀ ਵਿੱਚ ਪਾਈਆਂ ਹਨ। ਜੇ ਅਸੀਂ ਸਮਝ ਲਈਏ ਤਾਂ ਸਾਨੂੰ ਇਹ ਗੱਲ ਸਮਝ ਆ ਜਾਏਗੀ ਕਿ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕੰਚਨ ਨਾਲ, ਸੋਨੇ ਨਾਲ, ਭਾਵ ਦੁਨੀਆ ਦੇ ਪਦਾਰਥਾਂ ਦੇ ਨਾਲ ਸਾਵਾਂ ਤੋਲ ਕੇ ਵੀ ਕੰਚਨ ਦੇ ਦਈਏ ਤਾਂ ਫਿਰ ਉਹ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਏ। ਭਲਿਆ ਕਿਸ ਭੁਲੇਖੇ 'ਚ ਪੈ ਗਿਆ, ਉਹ ਨਹੀਂ ਮਿਲਦਾ, ਉਹਦੀ ਪ੍ਰਾਪਤੀ ਨਹੀਂ ਹੋਣੀ, ਆਨੰਦ ਤੱਕ ਨਹੀਂ ਪਹੁੰਚਣਾ। ਇਹ ਤਾਂ ਮਨ ਦੇ, ਆਪਣਾ ਮਨ ਦੇ ਕੇ
ਰਾਮ ਲਿਆ ਹੈ ਮੋਲ। ਰੱਬ ਲੱਭਾ ਕਦੋਂ ਹੈ? ਭਗਤ ਕਬੀਰ ਜੀ ਕਹਿੰਦੇ ਜਦੋਂ ਮਨ ਭੇਟਾ ਕੀਤਾ, ਜਦੋਂ ਮਨ ਦੀ ਅਰਪਣਾ ਕੀਤੀ। ਉੱਥੇ ਸੌਦਾ ਧਨ ਦੌਲਤ ਦਾ ਨਹੀਂ ਹੈ, ਉੱਥੇ ਸੌਦਾ ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ ਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਹੈ। ਉੱਥੇ ਸੌਦਾ ਇਹ ਹੈ। ਇਹ ਵਪਾਰ ਜਿਹੜਾ ਦੁਨੀਆ ਦੇ ਵਪਾਰਾਂ ਨਾਲੋਂ ਵੱਖਰਾ ਹੈ। ਜਦੋਂ ਮਨ ਦੇ ਕੇ ਉਸ ਨੂੰ ਖਰੀਦ ਲਿਆ, ਫਿਰ ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਫਿਰ ਇਸ ਅਵਸਥਾ ਤੇ ਅਸੀਂ ਪਹੁੰਚ ਜਾਂਦੇ ਹਾਂ। ਪਰ ਦੂਜੇ ਪਾਸੇ ਬ੍ਰਹਮ ਮੈਂ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਕਰ ਪਾਇਆ। ਉਹਦੀ ਭਗਤੀ ਦੇ ਨਾਲ, ਬੰਦਗੀ ਦੇ ਨਾਲ ਮਿਲ ਜਾਂਦਾ। ਹੋਰ ਧਨ ਹੋਰ ਸੌਦਿਆਂ ਨਾਲ ਨਹੀਂ ਮਿਲਦਾ। ਤੇ ਮਿਲਦਾ ਕਦੋਂ ਹੈ? ਕਹੋ ਕਬੀਰ ਚੰਚਲ ਮਤ ਤਿਆਗੀ, ਇਹ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ। ਇੱਥੇ ਕਹਿੰਦੇ ਨੇ ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਜਦੋਂ ਵਾਹਿਗੁਰੂ ਦੀ ਭਗਤੀ, ਤੱਤੇ ਨੂੰ ਸਿਹਾਰੀ ਨਾਲ ਹੈ ਭਗਤੀ, ਉਸ ਵੇਲੇ ਇਹ ਚੰਚਲ ਮਤ ਤਿਆਗ ਕੇ, ਇਹ ਅਮੁਲਕ ਦੇ ਜਿਹੜੀ ਕੀਮਤ ਨਹੀਂ ਸੀ ਪਾਈ ਜਾ ਸਕਦੀ, ਉਹ ਸੌਦੇ ਦੇ ਅਸੀਂ ਵਪਾਰੀ ਬਣੇ। ਅਸਲ 'ਚ ਗੱਲ ਸਮਝਣ ਵਾਲੀ ਇਹ ਹੈ ਕਿ ਮਨੁੱਖ ਆਪਣੇ ਯਤਨਾਂ ਨਾਲ, ਆਪਣੇ ਸਾਧਨਾ ਨਾਲ ਉਹਦਾ ਅੰਤ ਪਾਉਣ ਦਾ ਯਤਨ ਕਰਦਾ ਹੈ। ਪਰ ਇਹ ਤਾਂ ਉਸ ਤਰ੍ਹਾਂ ਹੀ ਹੋਵੇ ਜਿਵੇਂ ਕੋਈ ਪੁੱਤਰ ਆਪਣੇ ਬਾਪ ਦਾ ਜਨਮ ਜਾਣਨ ਦੀ ਕੋਸ਼ਿਸ਼ ਕਰ ਲਵੇ। ਬਾਪ ਦਾ ਜਨਮ ਪਹਿਲਾਂ ਹੋ ਗਿਆ, ਉਹਨੂੰ ਪਤਾ ਨਹੀਂ ਹੈ। ਪਿਤਾ ਕਾ ਜਨਮ ਕੇ ਜਾਣੇ ਪੂਤ, ਕੋਈ ਜਾਣ ਸਕਦਾ? ਕੋਈ ਵੀ ਨਹੀਂ ਜਾਣ ਸਕਦਾ। ਇਸ ਕਰਕੇ ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੇ ਨਾ ਲਖਣੀ। ਜੇ ਤੁਸੀਂ ਗੱਲਾਂ ਨਾਲ ਜਾਂ ਪੈਸੇ ਨਾਲ ਜਾਂ ਦੌਲਤ ਨਾਲ ਉਹਦਾ ਅੰਤ ਪਾ ਸਕਦੇ, ਨਹੀਂ ਪਾ ਸਕਦੇ। ਨਾ ਹੀ ਅਸੀਂ ਉਸ ਅੰਤ ਦੇ ਉੱਤੇ ਪਹੁੰਚ ਸਕਦੇ ਹਾਂ, ਤੇ ਨਾ ਹੀ ਅੰਤ ਅਸੀਂ ਪਾ ਸਕਦਾ। ਜਦੋਂ ਤੱਕ ਜੀਵ ਦੇ ਅੰਦਰ ਹੰਕਾਰ ਹੈ, ਹਉਮੈ ਹੈ, ਉਦੋਂ ਤੱਕ ਪਿਆਰੇ ਦਾ ਪਿਆਰ ਪ੍ਰਵੇਸ਼ ਨਹੀਂ ਕਰਦਾ। ਉਦੋਂ ਤੱਕ ਪਿਆਰੇ ਦਾ ਪਿਆਰ ਦਾ ਵਾਸਾ ਨਹੀਂ ਹੁੰਦਾ। ਨਾ ਹੀ ਸਤਿਗੁਰੂ ਦਾ ਮਿਲਾਪ ਹੁੰਦਾ, ਨਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਮਨੁੱਖ ਸਭ ਕੁਝ ਆਪਣੇ ਗੁਰੂ ਨੂੰ ਸਮਰਪਣ ਕਰ ਦੇਵੇ ਤੇ ਆਪਣੇ ਜੀਵਨ ਦਾ ਆਦਰਸ਼ ਮਿਲਾਪ, ਸਬਰ, ਸੰਤੋਖ, ਮਾਨ ਅਪਮਾਨ ਇਹਨਾਂ ਤੋਂ ਉੱਪਰ ਉੱਠ ਜਾਏ, ਫਿਰ ਉਹਨੂੰ ਸੱਚੇ ਸਰੂਪ ਦੀ, ਵਾਹਿਗੁਰੂ ਦੀ ਪਛਾਣ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮੁੱਲ ਪਾਉਣ ਦੀ ਜਿਹੜੀ ਕਹਾਣੀ ਹੈ, ਉਹ ਤਾਂ ਹੀ ਗੱਲ ਮਿਲਦੀ ਹੈ, ਅਨੰਤ ਤੱਕ ਤਾਂ ਹੀ ਪਹੁੰਚਦਾ ਹੈ। ਰਹੇ ਅਤੀਤ ਜਾਣੇ ਸਭ ਤਿਸਕਾ, ਨਿਰਲੇਪ ਹੋ ਕੇ ਜ਼ਿੰਦਗੀ ਜੀਵੇ। ਸਭ ਕੁਝ ਉਹਦੀ ਦਾਤ ਸਮਝ ਕੇ ਜ਼ਿੰਦਗੀ ਜੀਵੇ। ਦੁੱਖ ਨੂੰ, ਸੁੱਖ ਨੂੰ, ਜਨਮ ਨੂੰ, ਮੌਤ ਨੂੰ, ਅਮੀਰੀ ਨੂੰ, ਗਰੀਬੀ ਨੂੰ, ਔਖੀ ਬਾਤ ਹੈ ਨਾ, ਲੇਕਿਨ ਉਹ ਦਾਤ ਸਮਝ ਰਹੇ। ਅਤੀਤ ਜਾਣੇ ਸਭ ਤਿਸਕਾ, ਤਨ ਮਨ ਅਰਪੈ ਹੈ ਇਹ ਜਿਸਕਾ। ਜਿਹਦਾ ਇਹ ਤਨ ਮਨ ਹੈ, ਅਗਰ ਉਹਨੂੰ ਸੌਂਪ ਦੇਵੇ ਤਾਂ ਫਿਰ ਗੱਲ ਜਿਹੜੀ ਹੈ ਉਹ ਬਣਦੀ ਹੈ। ਨਹੀਂ ਤਾਂ ਹਰ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਏ। ਉਹਦਾ ਮੁੱਲ ਤਾਂ ਅਸੀਂ ਪਾ ਹੀ ਨਹੀਂ ਸਕਦੇ। ਤੋ ਫਿਰ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੀਵ ਦੀ ਜਿਹੜੀ ਰਾਸ ਅਸਲ ਵਿੱਚ ਹੈ, ਉਹ ਰਾਸ ਜਿਹਦਾ ਵਪਾਰ ਕਰਨਾ ਹੈ, ਉਹ ਵਾਹਿਗੁਰੂ ਦੇ ਨਾਮ ਦੀ ਰਾਸ, ਨਾਮ ਧਨ ਹੈ। ਮਨ ਬੰਜਾਰਾ ਬਣੇ ਤੇ ਇਸ ਰਾਸ ਨੂੰ ਉਸ ਮਿਲਾਪ ਵਾਲੇ ਪਾਸੇ ਲਾਵੇ। ਹਾਂ, ਜੇ ਸਮਝ ਕਦੋਂ ਆਉਂਦੀ ਹੈ? ਜਦੋਂ ਸਾਡਾ ਵਿਹਾਰ ਸੁੱਚਾ ਹੋਵੇ, ਸਾਡਾ ਕਿਰਦਾਰ ਸੁੱਚਾ ਹੋਵੇ, ਸਾਡਾ ਬੋਲ ਵਿੱਚ ਸੱਚ ਹੋਵੇ, ਸਾਡੇ ਤੋਲ ਵਿੱਚ ਸੱਚ ਹੋਵੇ, ਸਾਡੇ ਅੰਦਰ ਨਿਮਰਤਾ ਹੋਵੇ, ਸਾਡੇ ਅੰਦਰ ਹਲੀਮੀ ਹੋਵੇ। ਜਦੋਂ ਸਾਡੇ ਅੰਦਰ ਇਹ ਗੁਣ ਆਉਂਦੇ ਹਨ, ਫਿਰ ਤਾਂ ਉਹ ਖੱਟਿਓ ਦਿਹਾੜੀ ਹੈ। ਇਹ ਹੈ ਅਸਲੀ ਇਹੋ ਲਾਹਾ ਹੈ, ਇਹੋ ਹੀ ਲਾਹਾ ਹੈ ਨਾ, ਜੀਵਨ ਦਾ ਲਾਹਾ ਹੋਰ ਕੀ ਹੈ? ਅਸਲ ਲਾਹਾ ਸਾਡੀ ਜ਼ਿੰਦਗੀ ਦਾ ਇਹ ਹੀ ਹੈ, ਜਿਹੜਾ ਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਵਿੱਚ ਕੀਤਾ, ਸਾਨੂੰ ਵਿਚਾਰ ਦਿੱਤੀ ਹੈ।
ਇਹ ਰਾਸ ਜਿਹੜੀ ਹੈ ਇਹ ਮਿਲਦੀ ਸਾਨੂੰ ਗੁਰੂ ਪਾਸੋਂ ਹੈ। ਇਸ ਰਾਸ ਦਾ ਮਾਲਕ ਗੁਰੂ ਹੈ। ਇਸ ਕਰਕੇ ਗੁਰੂ ਕੋਲੋਂ ਰਾਸ ਮੰਗਣ ਲਈ ਬੇਨਤੀ, ਤਰਲਾ, ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ। ਤੇ ਇਹ ਫਿਰ ਯਾਦ ਰੱਖਣਾ ਚਾਹੀਦਾ ਹੈ ਕਿ ਮੇਰੇ ਮਨ ਨਾਮ ਨਿਤ ਨਿਤ ਲੈ, ਤੇ ਰਾਸ ਨਿਤ ਨਿਤ ਮੰਗ। ਨਾਮ ਦੀ ਰਾਸ ਉਹਦੇ ਕੋਲੋਂ ਸਦਾ ਲਈ ਮੰਗ। ਜਦੋਂ ਉਹਦੇ ਕੋਲ ਰਾਸ ਮੰਗਦਾ ਰਹੇਗਾ, ਇਸ ਤੇ ਅਮਲ ਕਰਦਾ ਰਹੇਗਾ, ਤਾਂ ਹੀ ਤੇਰੇ ਆਤਮਿਕ ਜੀਵਨ ਦੀ ਤਰੱਕੀ ਹੋਏਗੀ। ਜਦੋਂ ਮਨੁੱਖ ਇਸ ਵੱਲੋਂ ਅਬੇਸਲਾ ਹੋ ਜਾਂਦਾ, ਇਸ ਗੱਲ ਤੋਂ ਪਰੇ ਹਟ ਜਾਂਦਾ, ਫਿਰ ਅੰਦਰ ਪਿਆਰ ਦੀ ਥਾਂ ਤੇ ਨਫ਼ਰਤ ਪੈਦਾ ਹੁੰਦੀ ਹੈ। ਫਿਰ ਅੰਦਰ ਮਿਲਾਪ ਦੀ ਥਾਂ ਤੇ ਵਿਛੋੜਾ ਪੈਦਾ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ, ਵਣਜ ਕਰੋ ਮਕਸੂਦ ਲਿਓ ਮਤ ਪਛੋਤਾਵੋ, ਉਹ ਭਲਿਓ ਵਪਾਰ ਕਰੋ ਕਿਤੇ ਪਛਤਾਵਾ ਨਾ ਬਾਕੀ ਰਹਿ ਜਾਏ। ਔਗਣ ਛੋਡੋ ਗੁਣ ਕਰੋ, ਐਸੇ ਤਤ ਭਰਾਵੋ। ਅਵਗਨ ਛਾੜ ਗੁਣਾ ਕੋ ਧਾਵੋ, ਕਰ ਅਵਗਨ ਪਛੋਤਾਈ ਜੀਓ। ਇਹ ਤਾਂ ਪਛਤਾਉਣਾ ਪਏਗਾ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਭਲਿਆ ਤੂੰ ਵਪਾਰ ਕਰਨ ਆਇਆ, ਪਰ ਉਹ ਰਾਸ ਪੂੰਜੀ ਹੋਰ ਹੈ। ਜਿਹੜੀ ਰਾਸ ਪੂੰਜੀ ਨਾਲ ਤੂੰ ਖਰੀਦਣਾ ਚਾਹੁੰਦਾ, ਉਸ ਨਾਲ ਵਪਾਰ ਨਹੀਂ ਹੋਣਾ। ਅਸੀਂ ਦੁਨਿਆਵੀ ਰਾਸ ਪੂੰਜੀ ਨਾਲ ਖਰੀਦਣੇ ਚਾਹੁੰਦੇ ਹਾਂ, ਇਹ ਨਾਮ ਦੀ ਰਾਸ ਪੂੰਜੀ ਹੈ। ਇਸ ਕਰਕੇ ਇਹਨੂੰ ਸੱਚਾ ਵਪਾਰ ਕਿਹਾ ਹੈ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਵੈ ਖੇਪ ਤੁਮਾਰੀ। ਇਹ ਵਪਾਰ ਕਰ, ਉਹਨੂੰ ਸੱਚਾ ਵਪਾਰ। ਸੱਚ ਵਪਾਰ ਕਿਹੜਾ ਹੈ? ਉਹਦੇ ਵਾਹਿਗੁਰੂ ਦੀ ਯਾਦ ਦਾ ਵਪਾਰ। ਤੋ ਹਾਨ ਹਟ ਕਰ ਆਰਜਾ, ਸੱਚ ਨਾਮ ਕਰ ਬਾਥ, ਸੁਰਤ ਸੋਚ ਕਰ ਭਾਂਡ ਸਲ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰੇ ਸੋ ਵੰਜ ਕਰ, ਲੈ ਲਾਹਾ ਮਨ ਹੱਸ। ਇਹ ਵਪਾਰ ਹੈ। ਇਹ ਵਪਾਰ ਹੁੰਦਾ ਹੈ ਗੁਣਾਂ ਦੀ ਸਾਂਝ ਕਰਨ ਵਾਲੇ ਗੁਰਮੁਖ ਪਿਆਰੇ ਸਤ ਸੰਗੀ ਜਨਾਂ ਦੀ, ਪ੍ਰਭੂ ਪਿਆਰ ਦੇ ਨਾਲ ਜੁੜੇ ਹੋਏ, ਫਿਰ ਪਿਆਰ ਦੇ ਨਾਲ ਆਪਣੇ ਆਪ ਨੂੰ ਪ੍ਰਭੂ ਲੈਣ ਵਾਲੇ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਗੁਰੂ ਦੀ, ਉਹਨਾਂ ਦੀ ਸੰਗਤ ਕਰਕੇ ਫਿਰ ਅਸੀਂ ਗੱਲ ਜਿਹੜੀ ਹੈ ਬਣ ਸਕਦੀ ਹੈ। ਅਦਰਵਾਈਜ਼ ਜੋ ਅਸੀਂ ਕਰ ਰਹੇ ਹਾਂ, ਉਹ ਸਾਡੀ ਜ਼ਿੰਦਗੀ ਜਿਹੜੀ ਹੈ ਇਸੇ ਤਰ੍ਹਾਂ ਹੀ ਨਿਕਲਦੀ ਜਾਏਗੀ, ਬੀਤਦੀ ਜਾਏਗੀ। ਨਹੀਂ ਤਾਂ ਬੀਤ ਜਾ ਹੈ ਜਨਮ ਅਕਾਜ਼ਰੇ, ਨਿਸਦਨ ਸੁਣ ਕੇ ਪ੍ਰਾਨ, ਸਮਝਤ ਨਹਿ ਰਹਿ ਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਾਓ ਭਾਜਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਹ ਵਾਰਨਿੰਗ ਦਿੰਦੇ ਨੇ, ਕਿਤੇ ਵਪਾਰ ਦੀਆਂ ਗੱਲਾਂ ਸੁਣਦਿਆਂ ਵਪਾਰ ਕੀਤਾ ਹੀ ਨਾ, ਤਾਂ ਦੱਸ ਉਹਦਾ ਕੀ ਲਾਭ। ਗੁਰੂ ਜੀ ਨੇ ਬੜੇ ਪਿਆਰ ਨਾਲ ਇਹਨਾਂ ਦੋ ਪੌੜੀਆਂ ਵਿੱਚ ਸਾਨੂੰ ਆਨੰਦ ਤੱਕ ਪਹੁੰਚਣ ਦੀ ਗੱਲ ਜਿਹੜੀ ਸਮਝਾਈ ਹੈ, ਕਿ ਆਨੰਦ ਦਾ ਮਿਲਾਪ ਕਿਵੇਂ ਹੁੰਦਾ ਹੈ, ਆਨੰਦ ਤੱਕ ਅਸੀਂ ਕਿਵੇਂ ਪਹੁੰਚਣਾ ਹੈ। ਉਹਦੇ ਲਈ ਸਾਨੂੰ ਵਪਾਰ ਕਿਹੜਾ ਕਰਨਾ ਪਏਗਾ। ਹਾਂ, ਨਿਰੰਕਾਰ ਦਾ ਅੰਤ ਨਾ ਪਾ, ਨਿਰੰਕਾਰ ਦਾ ਅੰਤ ਪਾਉਣਾ ਤੇਰੇ ਵੱਸ ਦੀ ਬਾਤ ਨਹੀਂ। ਉਸ ਬੇਅੰਤ ਵਿੱਚ ਆਪਣੇ ਆਪ ਨੂੰ ਸਮਾ ਲੈ, ਲੀਨ ਕਰ ਲੈ। ਇਹ ਸੰਭਵ ਹੈ, ਇਹ ਪੋਸੀਬਲ ਹੈ, ਨਾ ਕਿ ਉਹਦੇ ਅੰਤ ਨੂੰ ਪਰ ਪਾਉਣ ਦੀ ਗੱਲ ਅਸੀਂ ਸੋਚ ਲਈਏ, ਕਿਉਂਕਿ ਉਹ ਹਰ ਅਮੁਲਕ ਹੈ। ਮੁੱਲ ਨਾ ਪਾਇਆ ਜਾਏ ਸਿਰ ਵਿਟੋ ਰਹੇ ਲੋਕ ਬਿਦਾਏ। ਫਿਰ ਇਹਨੂੰ ਐਸਾ ਸਤਿਗੁਰੂ ਜੇਵਲੇ ਤਿਸਨੇ ਸਿਰ ਸੌਂਪੀਏ ਵਿੱਚੋਂ ਆਪ ਜਾਏ। ਇਹ ਗੱਲ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੇ ਤਾਰ ਕੇ। ਤੇ ਦੂਜੇ ਪਾਸੇ ਵਿਸਰਿਆ ਜਿਨ ਨਾਮ ਤੇ ਭੋਏ ਪਾਤੀ। ਇਹ ਅਵਸਥਾ ਗੁਰੂ ਪਾਤਸ਼ਾਹ ਦੀ ਅਰਦਾਸ ਬੇਨਤੀ ਜੋਦੜੀ ਹੈ। ਮਾਲਕ ਜੀ, ਇਹ ਰਾਸ ਪੂੰਜੀ ਸਾਨੂੰ ਬਖਸ਼ਿਸ਼ ਕਰੋ। ਇਸ ਰਾਸ ਪੂੰਜੀ ਦੇ ਨਾਲ ਅਸੀਂ ਤੇਰੇ ਨਾਮ ਦਾ ਵਪਾਰ ਕਰੀਏ, ਔਰ ਜਿਸ ਕੰਮ ਲਈ ਅਸੀਂ ਆਏ ਹਾਂ ਉਹ ਸੌਦਾ ਇਕੱਠਾ ਕਰਕੇ, ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਇਹ ਅਸਲੀ ਵਪਾਰ ਹੈ, ਅਸਲੀ ਸੌਦਾ ਹੈ। ਆਪਣਾ ਲੋਕ ਪਰਲੋਕ ਸਹੇਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।